ਧਰਤੀ ਦੇ ਪੁੱਤ ਬਹੁਤ ਦੇਖੇ ਹੋਣਗੇ ਪਰ ਅੱਜ ਤੁਹਾਡੀ ਮੁਲਾਕਾਤ ਧਰਤੀ ਦੀ ਧੀ ਦੇ ਨਾਲ ਕਰਵਾਉਣ ਜਾ ਰਹੇ ਹਾਂ। ਇਹ ਧੀ ਨਹੀਂ ਹੈ, ਇਹ ਪੁੱਤ ਹੈ। ਇਹ ਕੱਲੀ ਖੇਤੀਬਾੜੀ ਕਰ ਲੈਂਦੀ ਆ, 15-15 ਕਿੱਲੇ ਆਪ ਹੀ ਵਾਹ ਲੈਂਦੀ ਆ। 2007 ਤੋਂ ਮੈਂ ਇਸ ਕਿੱਤੇ ਨੂੰ ਕਰ ਰਹੀ ਹਾਂ। ਮੈਨੂੰ ਇਹ ਸੀ ਕਿ ਕਿਉਂ ਨਾ ਜਿਹੜਾ ਕੰਮ ਪੁੱਤਾਂ ਨੇ ਕਰਨਾ ਉਹ ਮੈਂ ਕਰਨਾ, ਕਿਉਂਕਿ ਮੈਂ ਆਪਣੇ ਆਪ ਨੂੰ ਪੁੱਤਾਂ ਤੋਂ ਘੱਟ ਨਹੀਂ, ਮਤਲਬ ਮੈਂ ਬੋਲਡ ਆ, ਮੈਂ ਆਪਣੇ ਆਪ ਨੂੰ ਵੱਖਰਾ ਸਮਝਦੀ ਹਾਂ। ਉਹ ਨਹੀਂ ਵੀ ਕੁੜੀ ਵਾਲਾ ਕੰਮ ਨਹੀਂ ਹੈਗਾ। ਮੁੰਡਿਆਂ ਵਾਂਗੂ ਰਹਿੰਦੇ ਹੋ, ਇਹ ਸ਼ੌਂਕ ਕਦੋਂ ਤੋਂ ਐਵੇਂ ਰਹਿੰਦੇ ਹੋ? ਹਾਂਜੀ, ਇਹ ਮੇਰਾ ਬਚਪਨ ਤੋਂ ਸੀਗਾ। ਜਦੋਂ ਮੈਂ 6th 7th 8th ਵਿੱਚ ਪੜ੍ਹਦੀ ਸੀ ਅਤੇ ਉਦੋਂ ਮਤਲਬ ਮੈਂ ਆਪਣੇ ਭਰਾ ਦੇ ਕੱਪੜੇ ਪਾ ਲੈਂਦੀ ਹੁੰਦੀ ਸੀ। ਕਦੀ ਬਦਮਾਸ਼ੀ ਕੀਤੀ ਹੈ? ਮੈਂ ਤਾਂ ਬੰਦਾ ਤੁਰਦਾ ਪਛਾਣ ਲੈਂਦੀ ਹਾਂ, ਬੰਦਾ ਤੁਰਦਾ ਕਿਹੜੇ ਹਿਸਾਬ ਨਾਲ ਤਾਂ ਬੋਲੂਗਾ ਕੀ, ਅਤੇ ਆਪਾਂ ਲਿਹਾਜ਼ ਲਿਊਜ਼ ਨਹੀਂ ਕਰੀਦਾ, ਆਪਾਂ ਫਿਰ ਨਾਲ ਹੀ ਫੜ ਲਈਦਾ ਅਗਲੇ ਨੂੰ, ਅਤੇ ਪਿਆਰ ਨਾਲ ਗੱਲ ਕਰੀ ਦੀ। ਜੇ ਲੱਗਦਾ ਵੀ ਇਹ ਬੰਦਾ ਗਲਤ ਆ, ਅਗਲੇ ਨੂੰ ਪਿਆਰ ਨਾਲ ਜਿਵੇਂ ਬਾਈ ਦੱਸ ਗੱਲ ਕੀ ਆ, ਤੈਨੂੰ ਕੋਈ ਦਿੱਕਤ ਆ ਤਾਂ ਦੱਸ, ਬਹਿ ਕੇ ਨਿਬੇੜ ਲੈਂਦੇ ਆ। ਅਤੇ ਉਹ ਇੰਨੀ ਹਿੰਮਤ ਹੀ ਨਹੀਂ ਪੈਂਦੀ ਅਗਲੇ ਦੀ। ਅਤੇ ਜਾਂ ਫਿਰ ਅਗਲਾ ਕਹਿੰਦਾ ਭਾਈ ਸਾਨੂੰ ਤਾਂ ਡਰ ਲੱਗਦਾ ਜੀ ਤੁਹਾਡੇ ਤੋਂ। ਮੇਰੇ ਕਾਫੀ ਖਾਸ ਸੀਗੇ, ਅੱਜ ਉਹ ਦੁਨੀਆ 'ਤੇ ਨਹੀਂ ਹੈਗੇ। ਮੈਂ ਉਹਨਾਂ ਨਾਲ ਗਈ ਸੀ ਤਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ। ਤਾਂ ਜਿਸ ਲੇਡੀਜ਼ ਨੇ ਐਕਸੀਡੈਂਟ ਕੀਤਾ ਸੀ, ਮੈਂ ਉਹਨੂੰ ਗੱਡੀ 'ਚੋਂ ਕੱਢ ਕੇ ਕੁੱਟਿਆ ਸੀ ਉਹਨੂੰ ਬਾਹਰ। ਤਾਂ ਪੁਲਿਸ ਵਾਲੇ 5 ਆਏ ਸੀ ਮੈਨੂੰ ਫੜਨ, ਅਤੇ ਫਿਰ ਮੈਂ ਉਹਨਾਂ ਨੂੰ ਚੱਕ ਕੇ ਮਾਰਿਆ। ਉਹ ਕਹਿੰਦੇ ਵੀ ਇਹ ਕੌਣ ਸੀ? ਉਹ ਕਹਿੰਦੇ ਇਹ ਸਰਦਾਰ ਦੀ ਸੀ। ਮੈਂ ਉਦੋਂ ਪੂਰੀ ਪੱਗ ਬਣ ਕੇ ਮੁੰਡਿਆਂ ਦੀ ਲੁੱਕ 'ਚ ਹੀ ਰਹਿੰਦੀ ਹੁੰਦੀ ਸੀ। ਅਤੇ ਮੈਂ ਮਤਲਬ ਜਦੋਂ ਬੱਸੇ ਚੜ੍ਹਨਾ, ਅਤੇ ਉਹ ਜਦੋਂ ਮੈਂ ਯੂਨੀਵਰਸਿਟੀ ਜਾਂਦੀ ਹੁੰਦੀ ਸੀ ਤਾਂ ਮੈਂ ਬੱਸੇ ਚੜ੍ਹਨਾ, ਅਤੇ ਉੱਥੇ ਨਾ ਕੁੜੀਆਂ ਵਾਲੀ ਬੱਸ ਵੱਖਰੀ ਲੱਗੀ ਹੁੰਦੀ ਸੀ। ਤਾਂ ਮੈਂ ਭੱਜ ਕੇ ਬੱਸੇ ਚੜ੍ਹ ਜਾਣਾ, ਤਾਂ ਮੈਨੂੰ ਕੰਡਕਟਰ ਨੇ ਕਹਿਣਾ ਉਹ ਸਰਦਾਰ ਥੱਲੇ ਉਤਰ। ਤਾਂ ਮੈਂ ਉਹਨੂੰ ਕਹਿਣਾ ਉਹ ਭਾਈ ਤੂੰ ਬੇਟਾ ਰਹਿ। ਮੈਂ ਉਹ ਕੁੜੀਆਂ ਤਾਂ ਮੈਨੂੰ ਸਾਰੀਆਂ ਜਾਣਦੀਆਂ ਹੀ ਸੀਗੀਆਂ। ਉਹ ਕਹਿੰਦੇ ਨਹੀਂ ਭਈਆ ਇਹ ਲੜਕੀ ਹੈ। ਕਹਿੰਦਾ ਨਾ ਸਰਦਾਰ ਤੂੰ ਥੱਲੇ ਉਤਰ, ਤੈਨੂੰ ਵੇਖ ਕੇ ਹੋਰ ਮੁੰਡੇ ਚੜ੍ਹਦੇ ਆ। ਅੱਛਾ, ਫਿਰ ਕੋਈ ਇੱਦਾਂ ਦਾ ਮੂਮੈਂਟ ਹੋਇਆ ਜਿੱਥੇ ਅੜ ਗਏ ਹੋ? ਹਾਂ, ਬਹੁਤ ਵਧੀਆ। ਪਿੱਛੇ ਹਜੇ ਸਾਡੀ ਜ਼ਮੀਨ ਦਾ ਹੀ ਰੌਲਾ ਪਿਆ ਸੀਗਾ, ਕੋਈ ਨਹੀਂ ਨਾਲ ਖੜਾ ਸੀਗਾ, ਬਾਬੇ ਦਾ ਨਾਮ ਲੈ ਕੇ ਇਕੱਲੇ ਹੀ ਵੜ ਗਏ ਮੈਦਾਨ 'ਚ। ਅਤੇ ਹੁਣ ਕੀ ਸੀਗਾ, ਉਹ ਪਿੰਡ ਦੇ ਆ ਕੇ ਮੇਰੇ ਨਾਲ ਧੱਕਾਸ਼ਾਹੀ ਕਰਨ ਲੱਗ ਪਏ ਸੀਗੇ। ਸਾਡੀ ਜ਼ਮੀਨ ਦਾ ਥੋੜ੍ਹਾ ਰੌਲਾ ਸੀਗਾ, ਜਦਕਿ ਉਹਨਾਂ ਦਾ ਜ਼ਮੀਨ ਨਾਲ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ। ਬਸ ਉਹੀ ਗੁੰਡਾਗਰਦੀ ਦਿਖਾਉਂਦੇ ਸੀਗੇ। ਬਸ ਫਿਰ ਪੁਲਿਸ ਕੇਸ ਵੀ ਹੋਇਆ। ਅਤੇ ਮਤਲਬ ਇਹ ਹੈ ਕਿ ਉਹਨਾਂ ਨੂੰ ਇੱਕ ਵਾਰੀ ਅਕਲ ਆ ਗਈ ਟਿਕਾਣੇ, ਵੀ ਉਹਨਾਂ ਨੇ ਇਹ ਸੋਚਿਆ ਵੀ ਇਹ ਇਕੱਲੀ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਇਕੱਲੇ ਵੀ ਸਵਾ ਸ਼ੇਰ ਹੀ ਹੁੰਦੇ ਆ ਬਾਬੇ ਨਾਨਕ ਦੀ ਮਿਹਰ ਨਾਲ। ਕੁੜੀ ਆ, ਇਹ ਕਿੱਥੇ ਭੱਜ ਲੂਗੀ, ਇਕੱਲੀ ਆ। ਪਰ ਕਹਿੰਦੇ ਜਦੋਂ ਮਾਲਕ ਨਾਲ ਹੋਵੇ ਨਾ, ਅਤੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਕੋਈ ਕੁਛ ਕਹਿ ਜਾਵੇ। ਅਤੇ ਮੈਂ ਤਾਂ ਮਹਾਰਾਜ ਜੀ ਬਾਬਾ ਦੀਪ ਸਿੰਘ ਅੱਗੇ ਅਰਦਾਸ ਕੀਤੀ ਸੀ, ਮਾਲਕ ਨੇ ਇਹੋ ਜਿਹੀ ਕਿਰਪਾ ਕੀਤੀ ਕਿ ਉਹਨਾਂ ਆਪਣੇ ਆਪ ਉਹਨਾਂ ਦੇ ਪਸੀਨੇ ਛੁੱਟ ਗਏ ਸੀ ਵੀ ਵਾਕਈ ਅਸੀਂ ਪੰਗਾ ਗਲਤ ਲੈ ਬੈਠੇ ਹਾਂ ਇਹਦੇ ਨਾਲ। ਅੱਛਾ, ਘਰ 'ਚ ਫਿਰ ਰੋਬ ਤੁਹਾਡਾ ਹੀ ਚੱਲਦਾ ਆ? ਦੇਖੋ ਜੀ, ਰੱਖਣਾ ਪੈਂਦਾ ਦਬਦਬਾ, ਨਹੀਂ ਪੁੱਛਦਾ ਕੋਈ ਨਹੀਂ ਹੈਗਾ। ਜੋ ਸੱਚਾਈ ਆ, ਜੇ ਤੁਸੀਂ ਦਬਦਬਾ ਨਹੀਂ ਰੱਖੋਗੇ ਤਾਂ ਅਗਲਿਆਂ ਨੇ ਘਰਦਿਆਂ ਨੇ ਵੀ ਕਹਿਣਾ ਹਾਂ ਕੋਈ ਨਹੀਂ, ਇਹਨੇ ਕਿਹੜਾ ਬੋਲ ਲੈਣਾ ਪੂਰੇ। ਅੱਛਾ, ਵੀਰਾ ਕੋਆਪਰੇਟ ਕਰਦਾ ਵੇ? ਹਾਂ, ਉਹ ਕੋਆਪਰੇਟ ਕਰਦਾ ਵਾ। ਹਜੇ ਮੇਰੀ ਵੱਜਦੀ ਰਹਿੰਦੀ ਉਹਦੇ ਨਾਲ, ਖੈਰ ਬਾਕੀ ਕੋਆਪਰੇਟ ਕਰਦਾ ਵਾ, ਕਿਉਂਕਿ ਉਹਨੂੰ ਵੀ ਪਤਾ ਇਹਨੇ ਬਹੁਤ ਸਟਰਗਲ ਕੀਤਾ ਹੋਇਆ ਲਾਈਫ ਦੇ ਵਿੱਚ। ਅਤੇ ਉਹ ਇਹ ਫੀਲ ਕਰਦੇ ਨੇ ਕਿ ਇਹ ਭੈਣ ਨਹੀਂ ਹੈਗੀ, ਭਰਾ ਆ ਮੇਰਾ? ਹਾਂ, ਉਹ ਸਾਰੀ ਜਗ੍ਹਾ ਹੀ ਕਹਿੰਦਾ ਵਾ ਮੇਰਾ ਤਾਂ ਭਰਾ ਵਾ, ਮੇਰਾ ਤਾਂ ਸੱਜਾ ਮੋਢਾ, ਮੇਰਾ ਖੱਬਾ ਮੋਢਾ। ਜਦੋਂ ਅਸੀਂ ਸਾਹਮਣੇ ਹੁੰਦੇ ਫਿਰ ਮੈਂ ਜਦੋਂ ਦੀ ਇਸ ਫੈਮਿਲੀ 'ਚ ਹੋਈ ਹਾਂ, ਮੇਰੀ ਮੈਰਿਜ ਨੂੰ 6 ਈਅਰ ਹੋ ਗਏ ਆ, ਤਾਂ ਉਦੋਂ ਦੀ ਮੈਂ ਦੇਖ ਰਹੀ ਹਾਂ ਜੋ ਵੀ ਇੱਕ ਦਿਓਰ ਦੇ, ਜੋ ਵੀ ਇੱਕ ਛੋਟੇ ਭਰਾ ਵਾਂਗੂ ਦੇਵਰ ਦੇ ਜੋ ਵੀ ਕੰਮ ਹੁੰਦੇ ਆ, ਉਹ ਅਮਰਜੀਤ ਚੰਗੀ ਤਰ੍ਹਾਂ ਬਖੂਬੀ ਨਿਭਾ ਰਹੇ ਆ। ਮੇਰੀ ਪ੍ਰੈਗਨੈਂਸੀ ਦੇ ਦੌਰਾਨ ਜਦੋਂ ਮੇਰੀ ਡਿਲੀਵਰੀ ਹੋਣੀ ਸੀਗੀ ਤਾਂ ਐਮਰਜੈਂਸੀ ਆ ਗਈ ਸੀਗੀ, ਤਾਂ ਉਦੋਂ ਅਮਰਜੀਤ ਨੇ ਹੀ ਮੈਨੂੰ ਉੱਥੇ ਹਸਪੀਟਲ ਲੈ ਕੇ ਗਏ ਸੀਗੇ। ਕਦੀ ਕਿਸੇ ਨੇ ਇਹ ਕਿਹਾ ਸੀ ਕਿ ਕੁੜੀ ਆ ਤੂੰ ਕੀ ਕਰ ਲੇਂਗੇ? ਹਾਂ, ਬਹੁਤ ਜਾਣਿਆਂ ਨੇ, ਮਤਲਬ ਨਾਮ ਤਾਂ ਚਲੋ ਆਪਾਂ ਨਹੀਂ ਲੈ ਸਕਦੇ ਹੈਗੇ ਸਾਹਮਣੇ। ਹਾਂ, ਉਹ ਕਹਿੰਦੇ ਸੀਗੇ ਕਿ ਤੂੰ ਕੁੜੀ ਆ, ਕੁੜੀਆਂ ਵਰਗੂ ਰਹਿ, ਕਿਉਂ ਇੱਥੇ ਵੱਟਾਂ 'ਤੇ ਤੁਰੀ ਫਿਰਦੀ ਰਹਿੰਦੀ ਆ, ਤੂੰ ਐਵੇਂ ਹੀ ਵੱਟਾਂ 'ਤੇ ਜਾ ਕੇ ਵੱਟਾਂ ਸਾਫ਼ ਕਰਦੀ। ਮੈਂ ਕਿਹਾ ਵੱਟਾਂ ਮੇਰੇ ਪਿਓ ਨੇ ਖਰੀਦੀਆਂ, ਮੈਂ ਆਪਣੇ ਪਿਓ ਦੀ ਵੱਟ 'ਤੇ ਕੰਮ ਕਰਦੀ ਹਾਂ, ਮੈਂ ਕਿਸੇ ਦੀ ਖੇਤ 'ਚ ਕਰਕੇ ਜਾ ਕੇ ਨਹੀਂ ਕਰਦੀ। ਨਾਲੇ ਮੈਂ ਮਿਹਨਤ ਆਪਣੇ ਪਿਓ ਦੀ ਕਮਾਈ 'ਤੇ ਕਮਾਈ ਕਰਦੀ ਪਈ ਹਾਂ। ਉਹ ਪੁੱਤ ਕਿਹੜਾ ਹੋਇਆ ਜਿਹੜਾ ਪਿਓ ਦੀ ਮਿਹਨਤ 'ਤੇ ਕਮਾਈ ਨਾ ਕਰਕੇ ਘਰ ਚਲਾਵੇ? ਉਹ ਥੋੜ੍ਹੀ ਕਿ ਵੇਚਣੀਆਂ ਲਾ ਦੇਵੇ। ਵੇਚਣ ਵਾਲਾ ਕੰਮ ਨਹੀਂ। ਮੈਂ ਇੱਕ ਹੀ ਗੱਲ ਕਹੀ, ਮੈਂ ਕਿਹਾ ਡੈਡੀ ਵੇਚਣੀ ਨਹੀਂ ਹੈ ਜ਼ਮੀਨ, ਮਿਹਨਤ ਕਰ ਲਾਂਗੇ, ਕੋਈ ਗੱਲ ਨਹੀਂ, ਥੋੜ੍ਹਾ ਖਾ ਲਾਂਗੇ। ਕੁਝ ਮੈਨੂੰ ਧੂੜਾ ਐੜਾ ਵੀ ਨਹੀਂ ਪਤਾ ਸੀ ਵੀ ਖੇਤੀ ਹੈ ਕੀ ਚੀਜ਼ ਆ, ਔਰ ਬੀ ਕਿਵੇਂ ਪਾਈਦਾ ਵਾ, ਖੇਤ ਕਿਵੇਂ ਵਾਹੀਦਾ। ਮੈਨੂੰ ਤਾਂ ਟਰੈਕਟਰ ਤੱਕ ਨਹੀਂ ਚਲਾਉਣਾ ਆਉਂਦਾ ਸੀ, ਇਹ ਤਾਂ ਹਾਲਾਤਾਂ ਨੇ ਸਿਖਾਇਆ। ਔਰ ਕਈ ਵਾਰੀ ਕਿਸੇ ਕੋਲ ਸਲਾਹ ਲੈ ਲੈਣੀ, ਕਈ ਚੰਗੇ ਬੰਦੇ ਹੁੰਦੇ ਸੀ ਤੁਰੇ ਜਾਂਦੇ ਵਿਚਾਰੇ ਚੰਗੀ ਸਲਾਹ ਵੀ ਦੇ ਜਾਂਦੇ ਸੀ, ਪਰ ਕਈ ਕਹਿੰਦੇ ਆ ਨਾ ਮੂੰਹ 'ਤੇ ਹੁੰਦੇ ਮਿੱਠੇ ਅਤੇ ਅੰਦਰੋਂ ਹੁੰਦੇ ਆ ਜਮੀ ਕੋੜੇ। ਉਹ ਬੰਦੇ ਮੂੰਹ 'ਤੇ ਨਾ ਮਿੱਠੀਆਂ ਮਿੱਠੀਆਂ ਗੱਲਾਂ ਕਰ ਜਾਂਦੇ ਸੀ ਔਰ ਗਲਤ ਦੱਸ ਜਾਂਦੇ ਸੀਗੇ। ਮੈਂ ਐਕਚੁਅਲੀ ਗੰਨਾ ਬੀਜ ਬੈਠੀ ਸੀ ਇੱਧਰ ਨਾਲ ਵਾਲੀ 'ਤੇ
ਤੇ ਉਹ ਗੰਨਾ ਮੈਨੂੰ ਪਤਾ ਨਹੀਂ ਸੀਗਾ, ਉਹ ਖੇਤ ਐਵੇਂ ਹੀ ਗਿੱਲਾ ਸੀਗਾ, ਮੈਂ ਵਾਹ ਕੇ ਤੇ ਗੰਨਾ ਲਾਤਾ, ਉਹ ਦੱਬ ਗਿਆ। ਇੱਕ ਮੈਂ ਬਹੁਤ ਜ਼ਿਆਦਾ ਡੂੰਘਾ ਲਾ ਲਿਆ, ਤੋ ਕਿਤੇ ਕਿਤੇ ਹੋ ਗਿਆ, ਮਤਲਬ ਮੇਰੇ 3 ਕਿੱਲਿਆਂ 'ਚੋਂ 1 ਕਿੱਲੇ ਦਾ ਵੀ ਗੰਨਾ ਨਹੀਂ ਹੋ ਗਿਆ। ਫਿਰ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਇਹਨੂੰ ਪੱਟ ਕੇ ਤੂੰ 1 ਕਿੱਲੇ 'ਚ ਕਰ ਦੇ। ਉਹ ਵੀ ਬਹੁਤ ਸਟਰਗਲ ਕੀਤੀ, ਮਿਹਨਤ ਕੀਤੀ, ਭਰਾ ਨੂੰ ਵੀ ਬੁਲਾਇਆ ਉੱਥੋਂ ਚੰਡੀਗੜ੍ਹੋਂ ਵੀ ਆ ਕੇ ਮੇਰੇ ਨਾਲ ਗੰਨਾ ਲਵਾ ਕੇ ਜਾ। ਪਰ ਉਦੋਂ ਉਸ ਸਾਲ ਮੇਰਾ ਇੰਨਾ ਕੁ ਨੁਕਸਾਨ ਹੋਇਆ ਸੀ ਕਿ ਹਰ ਫਸਲ 'ਚ ਮੇਰਾ ਨੁਕਸਾਨ ਸੀਗਾ, ਵੀ ਇੱਕ ਫਸਲ ਨੂੰ ਮੈਂ 3-3 ਵਾਰੀ ਵੀ ਬੀਜਿਆ ਸੀਗਾ। ਹਾਂਜੀ ਬਹੁਤ। 3 ਕਿੱਲਿਆਂ ਦੀ ਸਾਰੀ ਪੱਟ ਕੇ 1 ਕਿੱਲੇ 'ਚ ਕੀਤੀ? ਹਾਂਜੀ ਕੀਤੀ ਸੀ, ਪਰ ਉਹ ਵੀ ਨਹੀਂ ਰਹੀ। ਹਾਂਜੀ ਫਿਰ ਮੈਨੂੰ ਉਹਨੂੰ ਵਾਹ ਕੇ ਫਿਰ ਹਾਰ ਕੇ ਝੋਨਾ ਲਾਉਣਾ ਪਿਆ ਮੈਨੂੰ। ਹੋ ਸਕਦਾ ਕਦੀ ਘਾਟਾ ਵਾਧਾ, ਇਹ ਮਤਲਬ ਜ਼ਿੰਦਗੀ ਦਾ ਦਸਤੂਰ ਆ। ਪਰ ਜਿਹੜੀ ਜ਼ਮੀਨ ਹੁੰਦੀ ਆ ਨਾ, ਇਹ ਇਹੋ ਜਿਹੀ ਮਾਂ ਵਾ, ਇਹ ਕਹਿੰਦੀ ਆ ਕਿ ਤੂੰ ਮੈਨੂੰ 1 ਬੀਜ ਸੁੱਟ, ਮੈਂ ਤੈਨੂੰ 20 ਬੀਜ ਦਊਂਗੀ। ਮਤਲਬ ਕਿ ਤੂੰ ਅਗਰ 40 ਕਿਲੋ ਸੁੱਟਿਆ ਵਾ ਤਾਂ ਮੈਂ ਤੈਨੂੰ 20 ਕੁਇੰਟਲ ਦਊਂਗੀ। ਇਹ ਲੱਤਾਂ ਦਾ ਦੇਖੋ ਜੀ ਬਹੁਤ ਜਾਣਿਆਂ ਨੇ ਖਿੱਚੀਆਂ, ਕਈਆਂ ਨੇ ਮੈਨੂੰ ਇਹ ਵੀ ਕਿਹਾ ਤੂੰ ਕਿਉਂ ਪਾਗਲਾ ਤਰਲ ਗਈ, ਕੱਲ੍ਹ ਨੂੰ ਕਿਸੇ ਨੇ ਨਹੀਂ ਤੇਰਾ ਗੁਣ ਸਾਣ ਪਾਉਣਾ, ਤੇ ਕਿਸੇ ਨੇ ਨਹੀਂ ਤੇਰੀ ਸਾਰ ਜਾਨੀ, ਤੇਰਾ ਭਰਾ ਅੱਜ ਹੈਗਾ ਵਾ, ਕੱਲ੍ਹ ਨੂੰ ਅਗਲਾ ਤੈਨੂੰ ਕਹੂਗਾ ਤੁਰੀ ਚੱਲ, ਮੈਂ ਨਹੀਂ ਦੇਣਾ ਜਾਂ ਮੈਂ ਨਹੀਂ ਕਰਨਾ। ਤੇ ਫਿਰ ਮੈਂ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ। ਜੇ ਮਾਲਕ ਨੇ ਇੱਥੋਂ ਤੱਕ ਲਿਆਂਦਾ ਵਾ, ਕੁਝ ਸੋਚ ਕੇ ਹੀ ਲਿਆਂਦਾ ਵਾ, ਅੱਗੇ ਵੀ ਲੈ ਜਾਊਗਾ, ਕੋਈ ਦਿੱਕਤ ਨਹੀਂ। ਔਰ ਪਹਿਲੀ ਕੁੜੀ ਮੈਂ ਸੀਗੀ ਜਿਹੜੀ ਮਤਲਬ ਟਰੈਕਟਰ ਵਗੈਰਾ ਮਾਰਕੀਟ 'ਚ ਲੈ ਕੇ ਜਾਣਾ। ਅੱਛਾ, ਮੈਂ ਸ਼ੂਗਰ ਮਿਲ ਵੀ ਗੰਨਾ ਖੁਦ ਲੈ ਕੇ ਜਾਂਦੀ ਹਾਂ, ਤੇ ਕੋਈ ਕੁੜੀ ਨਹੀਂ ਜਾਂਦੀ ਹੈਗੀ। ਔਨ ਰਿਕਾਰਡ ਆ, ਅੱਜ ਤੱਕ ਕੋਈ ਨਹੀਂ ਗੰਨਾ ਲੈ ਕੇ ਗਈ। ਇੱਕ ਪਹਿਲੀ ਕੁੜੀ ਮੈਂ ਹਾਂ ਜਿਹੜੀ ਗੰਨਾ ਲੈ ਕੇ, ਹਾਂਜੀ ਲੈ ਕੇ ਅੱਜ ਵੀ ਲੈ ਕੇ ਜਾਂਦੀ। ਮੈਂ 2011 ਤੋਂ ਸ਼ੁਰੂ ਕੀਤਾ ਸੀ, ਔਰ ਸਿੱਧਾ ਮੈਂ ਸੈਂਟਰ 'ਚ ਲੈ ਕੇ ਜਾਂਦੀ ਹਾਂ। ਇਹ ਨਹੀਂ ਵੀ ਮੈਂ ਇੱਥੇ ਛੋਟੇ 30-40 ਕੁਇੰਟਲ ਸੁੱਟ ਦਿੱਤਾ, ਮਜ਼ਾ ਜਿਹਾ ਨਹੀਂ ਆਉਂਦਾ ਹੈਗਾ। ਮੈਂ ਸਿੱਧਾ 100 ਕੁਇੰਟਲ ਐਵੇਂ ਹੀ ਲੈ ਕੇ ਜਾਈਦਾ ਸਿੱਧਾ। ਤੇ ਬਾਬੇ ਨੂੰ ਆਪ ਡਰਾਈਵ ਕਰਕੇ ਲੈ ਕੇ ਜਾਂਦੇ? ਹਾਂ ਮੈਂ ਆਪ ਡਰਾਈਵ। ਇੱਥੋਂ ਮੇਰੀ ਲਗਭਗ 25 ਕਿਲੋਮੀਟਰ ਪੈ ਜਾਂਦੀ ਸਾਨੂੰ, ਤੇ ਸ਼ਾਹਬਾਦ ਮਾਰਕੰਡੇ ਤੋਂ ਥੋੜ੍ਹੀ ਅੱਗੇ ਆ, ਲਾਡਵੇ ਰੋਡ 'ਤੇ ਮੈਂ ਆਪ ਹੀ ਲੈ ਕੇ ਜਾਂਦੀ ਹਾਂ ਉੱਥੇ। 1-2 ਮੇਰੇ ਡਰੀਮ ਹੈਗੇ ਜਿਹੜੇ ਮੈਂ ਕਰਨੇ ਆ। ਹੁਣ ਬਾਬੇ ਦੀ ਮਿਹਰ ਨਾਲ ਚਲੋ ਮਤਲਬ ਮੇਰੇ ਡੈਡੀ ਤਾਂ ਨਹੀਂ ਦੇਖ ਸਕਣਗੇ, ਪਰ ਮੈਨੂੰ ਇਹ ਕਿ ਮੇਰੀ ਮਾਂ ਵੇਖੇ, ਤੇ ਉਹ ਮੈਂ ਹਜੇ ਡਰੀਮ ਪੂਰੇ ਕਰਨੇ ਆ। ਜਦੋਂ ਸਾਨੂੰ ਐਮਰਜੈਂਸੀ ਕਿਤੇ ਜਾਣਾ ਪੈ ਜਾਏ ਜਾਂ ਕੋਈ ਫੈਮਿਲੀ 'ਚ ਢਿੱਲਾ ਪੈ ਜਾਏ, ਵੱਡੀ ਸਿਟੀ ਲੈ ਕੇ ਜਾਣਾ ਪੈ ਜਾਏ, ਤਾਂ ਅਮਰਜੀਤ ਹੀ ਲੈ ਕੇ ਜਾ ਰਹੇ ਆ। ਮੇਰੀ ਲੁੱਕ ਵਾਈਜ਼ ਮੈਨੂੰ ਕਈ ਕਹਿੰਦੇ ਹਾਂਜੀ ਤੁਸੀਂ ਪੁਲਿਸ ਡਿਪਾਰਟਮੈਂਟ 'ਚ ਲੱਗੇ ਹੋਏ ਹੋ, ਕਈ ਕਹਿੰਦੇ ਤੁਸੀਂ ਮੁਲਾਜ਼ਮ ਹੋ। ਤੇ ਪਿੱਛੇ ਜੇ ਮੈਂ ਪੰਜਾਬ ਨੂੰ ਹੀ ਗਈ, ਤੇ ਉਦੋਂ ਇੱਕ ਤਾਂ ਮੈਨੂੰ ਪੁਲਿਸ ਮੁਲਾਜ਼ਮ ਮਿਲ ਹੀ ਗਈ, ਉਹ ਮੇਰੇ ਨਾਲ ਹੀ ਬੈਠੀ ਸੀ, ਗੱਲਾਂ ਕਰਦੀ ਆਈ, ਇੱਥੋਂ ਪਿਪਲੀ ਦੀ ਸੀਗੀ। ਉਹ ਮੈਨੂੰ ਕਹਿੰਦੇ ਤੁਸੀਂ ਪੁਲਿਸ ਮੁਲਾਜ਼ਮ ਹੋ? ਕਹਿੰਦੀ, ਮੈਂ ਕਿਹਾ ਨਹੀਂ। ਉਹਨੇ ਵਰਦੀ ਪਾਈ ਹੋਈ ਸੀ, ਮੈਂ ਕਿਹਾ ਨਹੀਂ ਮੈਂ ਤਾਂ ਖੇਤੀ ਕਰਦੀ ਹਾਂ। ਕਹਿੰਦੀ ਅੱਛਾ, ਕਹਿੰਦੀ ਨਹੀਂ ਤੁਹਾਡੀ ਲੁੱਕ ਤਾਂ ਐਂ ਲੱਗਦੀ ਜਿਵੇਂ ਤੁਸੀਂ ਮਤਲਬ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਧਰਤੀ ਦੇ ਪੁੱਤ ਬਹੁਤ ਦੇਖੇ ਹੋਣਗੇ, ਪਰ ਅੱਜ ਤੁਹਾਡੀ ਮੁਲਾਕਾਤ ਧਰਤੀ ਦੀ ਧੀ ਦੇ ਨਾਲ ਕਰਵਾਉਣ ਜਾ ਰਹੇ ਹਾਂ। ਅੱਜ ਤੁਹਾਡੀ ਮੁਲਾਕਾਤ ਅਮਨਪ੍ਰੀਤ ਅਦੋਈ ਦੇ ਨਾਲ ਕਰਵਾਉਣ ਜਾ ਰਹੇ ਹਾਂ। ਇਹ ਧੀ ਨਹੀਂ ਹੈ, ਇਹ ਪੁੱਤ ਹੈ। ਇਹ ਇਕੱਲੀ ਖੇਤੀਬਾੜੀ ਕਰ ਲੈਂਦੀ ਆ, 15-15 ਕਿੱਲੇ ਆਪ ਹੀ ਵਾਹ ਲੈਂਦੀ ਆ। ਕੁਝ ਹਾਲਾਤ ਇੱਦਾਂ ਦੇ ਰਹੇ ਕਿ ਇਹਨਾਂ ਨੂੰ ਖੇਤੀਬਾੜੀ ਕਰਨੀ ਪਈ। ਭਰਾ ਹੈਗਾ ਆ, ਉਹ ਕੁਝ ਕਰਕੇ ਪੜ੍ਹ ਕੇ ਨੌਕਰੀ ਕਰਨਾ ਚਾਹੁੰਦਾ ਸੀ, ਜਿਸ ਕਰਕੇ ਘਰ ਦਾ ਜਿਹੜਾ ਨੇ ਸਾਂਭਿਆ। ਅੱਜ ਸਾਡੇ ਨਾਲ ਮੁਲਾਕਾਤ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੈਮ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਹਾਂਜੀ, ਧਰਤੀ ਦੇ ਪੁੱਤ ਅਸੀਂ ਬਹੁਤ ਦੇਖੇ ਨੇ, ਪਰ ਧਰਤੀ ਦੀ ਧੀ ਨਾਲ ਅੱਜ ਮੁਲਾਕਾਤ ਅਸੀਂ ਕਰਵਾਉਣ ਜਾ ਰਹੇ ਹਾਂ। ਅਤੇ ਇਹ ਧਰਤੀ ਦੀ ਧੀ ਕਿਵੇਂ ਬਣਦੀ ਹੈ, ਕਿਵੇਂ ਦਿਮਾਗ 'ਚ ਥੋਟ ਆਉਂਦਾ ਵੀ ਖੇਤੀਬਾੜੀ ਕੀਤੀ ਜਾਵੇ? ਹਾਂਜੀ, ਮੈਂ ਅਗਰ ਆਪਣੀ ਜਰਨੀ ਬਾਰੇ ਦੱਸਾਂ ਤੁਹਾਨੂੰ, ਤਾਂ ਮੈਨੂੰ ਲਗਭਗ 2007 ਤੋਂ ਮੈਂ ਇਸ ਕਿੱਤੇ ਨੂੰ ਕਰ ਰਹੀ ਹਾਂ। ਔਰ ਇਹ ਕੀਤਾ ਮੇਰੇ ਦਾਦੇ ਪੜਦਾਦੇ, ਮੇਰੇ ਪਾਪਾ ਹੁਣੀ, ਅਤੇ ਉਹਨਾਂ ਤੋਂ ਚੱਲਦਾ ਆ ਰਿਹਾ। ਅਤੇ ਕਿਉਂਕਿ ਸਾਡੀ ਫੈਮਿਲੀ ਦੇ ਵਿੱਚ ਮੇਰੇ ਪਾਪਾ ਹੁਣੀ 4 ਬ੍ਰਦਰ ਆ, ਅਤੇ ਹੁਣ ਤਾਂ ਨਹੀਂ ਦੁਨੀਆ 'ਤੇ ਹੈਗੇ, ਪਰ ਇੰਨਾ ਵਾ ਕਿ ਮੈਨੂੰ ਇਹ ਸੀਗਾ ਕਿ ਕਿਉਂਕਿ ਸਾਡੀ ਫੈਮਿਲੀ ਦੇ ਵਿੱਚ ਕੋਈ ਵੀ ਖੇਤੀ ਨਹੀਂ ਕਰਦਾ ਸੀਗਾ, ਹੋਰ ਬਾਕੀ ਸਭ ਨੇ ਠੇਕੇ 'ਤੇ ਦਿੱਤੀ ਸੀ। ਮੈਨੂੰ ਇਹ ਸੀ ਕਿ ਕਿਉਂ ਨਾ ਜਿਹੜਾ ਕੰਮ ਪੁੱਤਾਂ ਨੇ ਕਰਨਾ ਉਹ ਮੈਂ ਕਰਾਂ, ਕਿਉਂਕਿ ਮੈਂ ਆਪਣੇ ਆਪ ਨੂੰ ਪੁੱਤਾਂ ਤੋਂ ਘੱਟ ਨਹੀਂ, ਮਤਲਬ ਮੈਂ ਬੋਲਡ ਆ, ਮੈਂ ਆਪਣੇ ਆਪ ਨੂੰ ਵੱਖਰਾ ਸਮਝਦੀ ਹਾਂ। ਉਹ ਨਹੀਂ ਵੀ ਕੁੜੀ ਵਾਲਾ ਕੰਮ ਨਹੀਂ ਹੈਗਾ। ਅਤੇ ਮੈਂ ਫਿਰ ਇਸ ਕਿੱਤੇ ਨੂੰ ਤਾਂ ਕਰਨਾ ਚਾਹਿਆ ਕਿ ਕੁਛ ਸਮੇਂ ਦੀ ਮੰਗ ਸੀਗੀ ਫੈਮਿਲੀ ਦੇ ਵਿੱਚ, ਕੁਛ ਇਹੋ ਜਿਹੀ ਪ੍ਰੋਬਲਮਸ ਆ ਗਈਆਂ ਸੀ ਜਿਹਦੇ ਕਰਕੇ ਮੈਨੂੰ ਇਸ ਕਿੱਤੇ ਨੂੰ ਅਪਣਾਉਣਾ ਪਿਆ। ਔਰ ਉੱਦਾਂ ਵੀ ਮੈਨੂੰ ਸੀਗਾ ਅੰਦਰੋਂ ਖੁਸ਼ੀ ਹੁੰਦੀ ਆ ਕਿ ਜਿਹੜਾ ਕਿੱਤਾ ਮੇਰੇ ਪਾਪਾ ਕਰਦੇ ਸੀਗੇ, ਉਹੀ ਕਿੱਤੇ ਨੂੰ ਅੱਗੇ ਵਧਾਉਣ ਵਾਸਤੇ ਮੈਂ ਇਹਨੂੰ ਕਰਨਾ ਸ਼ੁਰੂ ਕੀਤਾ। ਫੈਮਿਲੀ 'ਚ ਕੌਣ ਕੌਣ ਹੈ, ਕਿੰਨੇ ਭੈਣ ਭਰਾ ਹੋ ਤੁਸੀਂ? ਹਾਂਜੀ, ਫੈਮਿਲੀ ਦੇ ਵਿੱਚ ਮੇਰੇ ਮੰਮੀ ਨੇ, ਪਾਪਾ ਤਾਂ ਹੁਣ ਨਹੀਂ ਰਹੇ ਇਸ ਦੁਨੀਆ 'ਚ, ਕਿਉਂਕਿ ਉਹ 8 ਮਾਰਚ 2022 ਨੂੰ ਦੁਨੀਆ ਤੋਂ ਚਲੇ ਗਏ ਸੀ। ਅਤੇ ਮੇਰੇ 2 ਸਿਸਟਰ ਨੇ, ਅਤੇ ਬ੍ਰਦਰ ਨੇ, ਭਾਬੀ ਨੇ, ਇੱਕ ਮੇਰਾ ਭਤੀਜਾ ਵਾ, ਔਰ ਇੱਕ ਮੈਂ।
ਅੱਛਾ, ਪੁੱਤਾਂ ਵਾਂਗੂ ਸਾਰੇ ਕੰਮ ਕਰਦੇ ਹੋ, ਲੁੱਕ ਵੀ ਤੁਹਾਡੀ ਪੁੱਤਾਂ ਵਰਗੀ ਆ, ਹਨਾ, ਮੁੰਡਿਆਂ ਵਾਂਗੂ ਰਹਿੰਦੇ ਹੋ। ਇਹ ਸ਼ੌਂਕ ਸ਼ੁਰੂ ਤੋਂ ਐਵੇਂ ਰਹਿੰਦੇ ਹੋ? ਹਾਂਜੀ, ਇਹ ਮੇਰਾ ਬਚਪਨ ਤੋਂ ਸੀਗਾ। ਜਦੋਂ ਮੈਂ 6th 7th 8th ਵਿੱਚ ਪੜ੍ਹਦੀ ਸੀ ਅੱਛਾ ਤੇ ਉਦੋਂ ਮਤਲਬ ਮੈਂ ਆਪਣੇ ਭਰਾ ਦੇ ਕੱਪੜੇ ਪਾ ਲੈਂਦੀ ਹੁੰਦੀ ਸੀ। ਅੱਛਾ ਤੇ ਫਿਰ ਸਹੀ ਹੈ ਫਿਰ ਮੈਂ ਕਹਿਣਾ ਮੰਮੀ ਮੈਨੂੰ ਵੀ ਨਵੇਂ ਲੈ ਕੇ ਦਿਓ, ਔਰ ਮੈਂ ਆਹੀ ਪਾਉਣੇ ਆ। ਤੇ ਬਸ ਸਕੂਲ ਟਾਈਮ 'ਚ ਵੀ ਮੈਂ ਸਕੂਲ 'ਚ ਇੱਕ ਕੁੜੀ ਸਿੰਗਲ ਸੀ ਜਿਹੜੀ ਕਿ ਬॉयਜ਼ ਲੁੱਕ ਦੇ ਵਿੱਚ ਜਾਂਦੀ ਹੁੰਦੀ ਸੀਗੀ। ਹਾਂਜੀ। ਤੇ ਫਿਰ ਕਦੀ ਘਰਦਿਆਂ ਨੇ ਨਹੀਂ ਕਿਹਾ ਵੀ ਸੂਟ ਪਾ ਲੈ, ਜਾਂ ਕਦੀ ਰੋਕਿਆ ਹੋਵੇ, ਹਨਾ, ਕਿ ਕੁੜੀਆਂ ਵਾਂਗੂ ਰਹਿ? ਕਦੀ ਕਿਹਾ ਨਹੀਂ ਕਿ ਜਿੱਦਾਂ ਤੁਸੀਂ ਡਿਸੀਜਨ ਜਿੱਦਾਂ ਲੈ ਲਿਆ ਉੱਦਾਂ ਐਗਰੀ ਕਰ ਗਏ? ਹਾਂਜੀ, ਨਹੀਂ ਹੁਣ ਸਗੋਂ ਕਈ ਵਾਰੀ ਕਹਿ ਦਿੰਦੇ ਆ, ਪਹਿਲਾਂ ਕਦੀ ਨਹੀਂ ਉਹਨਾਂ ਨੇ ਮੈਨੂੰ ਆਖਿਆ ਵੀ ਤੂੰ ਆ ਪਾ ਨਾ। ਮੇਰੀ ਮਤਲਬ ਸ਼ੁਰੂ ਤੋਂ ਮੈਂ ਆਪਣੀ ਮਰਜ਼ੀ ਨਾਲ ਪਾਉਣਾ ਸ਼ੁਰੂ ਕੀਤਾ ਸੀਗਾ। ਹੁਣ ਵੀ ਬਾਬੇ ਦੀ ਮਿਹਰ ਨਾਲ ਕੋਈ ਐਸੀ ਕੋਈ ਦਿੱਕਤ ਨਹੀਂ ਆਈ, ਮੈਂ ਹੁਣ ਵੀ ਪਾਉਂਦੀ ਹਾਂ। ਵੀ ਸੁਭਾਅ ਵੀ ਮੁੰਡਿਆਂ ਵਰਗਾ ਹੀ ਆ, ਅੜਬ ਜਾ? ਹਾਂਜੀ, ਅੜਬ, ਪੂਰਾ ਅੜਬ ਆ। ਅੱਛਾ, ਫਿਰ ਕੋਈ ਇਦਾਂ ਦਾ ਮੂਮੈਂਟ ਹੋਇਆ ਜਿੱਥੇ ਅੜ ਗਏ ਹੋ? ਹਾਂ, ਬਹੁਤ ਵਾਰੀ ਆ। ਪਿੱਛੇ ਹਜੇ ਸਾਡੀ ਜ਼ਮੀਨ ਦਾ ਹੀ ਰੌਲਾ ਪਿਆ ਸੀਗਾ, ਕੋਈ ਨਹੀਂ ਨਾਲ ਖੜਾ ਸੀਗਾ, ਬਾਬੇ ਦਾ ਨਾਮ ਲੈ ਕੇ ਇਕੱਲੇ ਹੀ ਵੜ ਗਏ ਮੈਦਾਨ 'ਚ। ਤੇ ਹੁਣ ਆ ਕੀ ਸੀਗਾ, ਉਹ ਪਿੰਡ ਦੇ ਆ ਕੇ ਮੇਰੇ ਨਾਲ ਧੱਕਾਸ਼ਾਹੀ ਕਰਨ ਲੱਗ ਪਏ ਸੀਗੇ। ਉਹ ਸਾਡੀ ਜ਼ਮੀਨ ਦਾ ਥੋੜਾ ਰੌਲਾ ਸੀਗਾ, ਜਦਕਿ ਉਹਨਾਂ ਦਾ ਜ਼ਮੀਨ ਨਾਲ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ, ਬਸ ਉਹੀ ਗੁੰਡਾਗਰਦੀ ਦਿਖਾਉਂਦੇ ਸੀਗੇ। ਬਸ ਫਿਰ ਪੁਲਿਸ ਕੇਸ ਵੀ ਹੋਇਆ, ਉੱਪਰ ਤੱਕ ਮੈਂ ਵੀਜ਼ੇ ਤੱਕ ਜਾ ਕੇ ਆਈ ਹਾਂ। ਤੇ ਬਾਕੀ ਉਹਨਾਂ ਨੇ ਹੁਣ ਪੈਸੇ ਦੇ ਦੂ ਕੇ ਮੇਰਾ ਕੇਸ ਬੰਦ ਕਰਾਤਾ, ਪਰ ਮੈਂ ਵੀ ਦੁਸ਼ਮਣੀ ਨਹੀਂ ਮਤਲਬ ਪਾਉਣੀ ਚਾਹੀ। ਚਲੋ ਪਿੱਛੇ ਹਟ ਗਏ ਆ। ਤੇ ਮਤਲਬ ਇਹ ਹੈ ਕਿ ਉਹਨਾਂ ਨੂੰ ਇੱਕ ਵਾਰੀ ਅਕਲ ਆ ਗਈ ਟਿਕਾਣੇ, ਵੀ ਉਹਨਾਂ ਨੇ ਇਹ ਸੋਚਿਆ ਵੀ ਇਹ ਇਕੱਲੀ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਇਕੱਲੇ ਵੀ ਸਵਾ ਸ਼ੇਰ ਹੀ ਹੁੰਦੇ ਆ ਬਾਬੇ ਨਾਨਕ ਦੀ ਮਿਹਰ ਨਾਲ। ਇੱਕ ਇਹ ਵੀ ਹੁੰਦਾ ਨਾ ਕਿ ਕੁੜੀ ਸਮਝ ਕੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਆ, ਦੱਬਦੇ ਨੇ ਲੋਕ, ਇਦਾਂ ਵੀ ਕਰਦੇ ਆ ਕਦੀ? ਹਾਂ 100% ਹੋਇਆ ਸੀ ਉਸ ਟਾਈਮ ਤਾਂ। ਮੈਨੂੰ ਬਹੁਤ ਜ਼ਿਆਦਾ ਮਤਲਬ ਇਹਨਾਂ ਨੇ ਉਹ ਕੀਤਾ ਸੀਗਾ ਕਿ ਇਹ ਕੁੜੀ ਆ, ਇਹ ਕਿੱਥੇ ਭੱਜ ਲੂਗੀ, ਇਕੱਲੀ ਆ। ਪਰ ਕਹਿੰਦੇ ਜਦੋਂ ਮਾਲਕ ਨਾਲ ਹੋਵੇ ਨਾ ਤੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਕੋਈ ਕੁਛ ਕਹਿ ਜਾਵੇ। ਤੇ ਮੈਂ ਤਾਂ ਮਹਾਰਾਜ ਬਾਬਾ ਦੀਪ ਸਿੰਘ ਅੱਗੇ ਅਰਦਾਸ ਕੀਤੀ ਸੀ, ਮਾਲਕ ਨੇ ਇਹੋ ਜਿਹੀ ਕਿਰਪਾ ਕੀਤੀ ਕਿ ਉਹਨਾਂ ਆਪਣੇ ਆਪ ਉਹਨਾਂ ਦੇ ਪਸੀਨੇ ਛੁੱਟ ਗਏ ਸੀ ਵੀ ਵਾਕਈ ਅਸੀਂ ਪੰਗਾ ਗਲਤ ਲੈ ਬੈਠੇ ਆ ਇਹਦੇ ਨਾਲ। ਵੈਸੇ ਵੀ ਤੁਹਾਨੂੰ ਦੇਖ ਕੇ ਨਾ, ਜਿੱਦਾਂ ਦੀ ਤੁਹਾਡੀ ਪਰਸਨੈਲਿਟੀ ਹੈ, ਇਹ ਲੱਗਦਾ ਕਿ 10 ਬੰਦਿਆਂ ਨੂੰ ਇਕੱਲੇ ਨਹੀਂ ਮਾਣ ਹੋਣੇ ਉੱਥੇ ਦੇ ਤੁਸੀਂ, ਹੈ ਨਾ? ਹਾਂਜੀ, ਮੈਂ ਐਕਚੁਅਲੀ ਇੱਕ ਵਾਰੀ ਆਪਣੀ ਮੇਰੇ ਕਾਫੀ ਖਾਸ ਸੀਗੇ, ਅੱਜ ਉਹ ਦੁਨੀਆ 'ਤੇ ਨਹੀਂ ਹੈਗੇ, ਮੈਂ ਉਹਨਾਂ ਨਾਲ ਗਈ ਸੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ। ਤੋ ਜਿਸ ਲੇਡੀਜ਼ ਨੇ ਐਕਸੀਡੈਂਟ ਕੀਤਾ ਸੀ, ਮੈਂ ਉਹਨੂੰ ਗੱਡੀ 'ਚੋਂ ਕੱਢ ਕੇ ਕੁੱਟਿਆ ਸੀ ਉਹਨੂੰ ਬਾਹਰ। ਤਾਂ ਪੁਲਿਸ ਵਾਲੇ 5 ਆਏ ਸੀ ਮੈਨੂੰ ਫੜਨ, ਤੇ ਫਿਰ ਮੈਂ ਉਹਨਾਂ ਨੂੰ ਚੱਕ ਕੇ ਮਾਰਿਆ। ਉਹ ਕਹਿੰਦੇ ਵੀ ਇਹ ਕੌਣ ਸੀ? ਉਹ ਕਹਿੰਦੇ ਇਹ ਸਰਦਾਰ ਦੀ ਸੀ। ਅੱਛਾ, ਮੈਂ ਇਹ ਵੀ ਆਪਾਂ ਗੱਲਾਂ ਕਰਦੇ ਸੀ, ਤੁਸੀਂ ਦੱਸਦੇ ਸੀਗੇ ਕਿ ਪਹਿਲਾਂ ਤੁਸੀਂ ਪੱਗ ਬੰਨ੍ਹਦੇ ਹੁੰਦੇ ਸੀਗੇ, ਹੈ ਨਾ, ਕਾਲਜ ਟਾਈਮ ਦੇ ਵਿੱਚ, ਫਿਰ ਉੱਦਾਂ ਹੀ ਰੱਖਦੇ ਹੁੰਦੇ ਸੀ ਪ੍ਰੋਪਰ, ਹੁਣ ਗੁੱਤ ਕਰਨ ਲੱਗ ਗਏ ਹੋ? ਹਾਂਜੀ, ਮੈਂ ਉਦੋਂ ਪੂਰੀ ਪੱਗ ਬੰਨ੍ਹ ਕੇ ਮੁੰਡਿਆਂ ਦੀ ਲੁੱਕ 'ਚ ਹੀ ਰਹਿੰਦੀ ਹੁੰਦੀ ਸੀ। ਤੇ ਮੈਂ ਮਤਲਬ ਜਦੋਂ ਬੱਸੇ ਚੜ੍ਹਨਾ, ਤੇ ਉਹ ਜਦੋਂ ਮੈਂ ਯੂਨੀਵਰਸਿਟੀ ਜਾਂਦੀ ਹੁੰਦੀ ਸੀ ਤਾਂ ਮੈਂ ਬੱਸੇ ਚੜ੍ਹਨਾ, ਤੇ ਉੱਥੇ ਨਾ ਕੁੜੀਆਂ ਵਾਲੀ ਬੱਸ ਵੱਖਰੀ ਲੱਗੀ ਹੁੰਦੀ ਸੀ। ਤੇ ਮੈਂ ਭੱਜ ਕੇ ਬੱਸੇ ਚੜ੍ਹ ਜਾਣਾ, ਤਾਂ ਮੈਨੂੰ ਕੰਡਕਟਰ ਨੇ ਕਹਿਣਾ ਓਏ ਸਰਦਾਰ ਥੱਲੇ ਉਤਰ। ਤੇ ਮੈਂ ਉਹਨੂੰ ਕਹਿਣਾ ਉਹ ਭਾਈ ਤੂੰ ਬੈਠਾ ਰਹਿ। ਮੈਂ ਉਹ ਕੁੜੀਆਂ ਤਾਂ ਮੈਨੂੰ ਸਾਰੀਆਂ ਜਾਣਦੀਆਂ ਹੀ ਸੀਗੀਆਂ। ਉਹ ਕਹਿੰਦੇ ਨਹੀਂ ਭਈਆ ਇਹ ਲੜਕੀ ਹੈ। ਕਹਿੰਦਾ ਨਾ ਸਰਦਾਰ ਤੂੰ ਥੱਲੇ ਉਤਰ, ਤੈਨੂੰ ਵੇਖ ਕੇ ਹੋਰ ਮੁੰਡੇ ਚੜ੍ਹਦੇ ਆ। ਅੱਛਾ, ਤੇ ਜ਼ਿੰਦਗੀ ਦੇ ਵਿੱਚ ਨਾ ਬਹੁਤ ਕੁਛ ਤੁਸੀਂ, ਹੈ ਨਾ, ਫੇਸ ਕੀਤਾ। ਤੁਹਾਡਾ ਬ੍ਰਦਰ ਵੀ ਹੈਗਾ, ਉਹਨਾਂ ਦੀ ਸੀਗੀ ਵੀ ਇੱਛਾ ਵੀ ਉਹ ਇੱਕ ਜੌਬ ਕਰਨ, ਹੈ ਨਾ, ਪੜ੍ਹ ਕੇ ਵੈਲ ਸੈਟਲਡ ਹੋਣ। ਤੁਸੀਂ ਪਰ ਖੇਤੀ ਚੂਜ਼ ਕੀਤੀ, ਹੈ ਨਾ। ਤੁਸੀਂ ਆਪਣੇ ਭਰਾ ਨੂੰ ਭਰਾ ਵਾਂਗ ਤੋਰਿਆ ਵੀ ਤੂੰ ਚੱਲ ਜਾ, ਮੈਂ ਪਿੱਛੇ ਹੈਗਾ, ਘਰਦਿਆਂ ਦਾ ਪੁੱਤ, ਹੈ ਨਾ। ਫਿਰ ਤੁਸੀਂ ਘਰ ਦਾ ਸਾਰਾ ਕੰਮ ਸਾਂਭਦੇ ਹੋ। 15 ਕਿੱਲੇ ਤੁਸੀਂ ਇਕੱਲੇ ਜਿਹੜਾ ਹੈਗਾ ਖੇਤੀ ਕਰਦੇ ਹੋ 15 ਕਿੱਲਿਆਂ ਦੀ। ਫਿਰ ਕਿੱਦਾਂ ਉਹ ਹਾਲਾਤ ਬਣਦੇ ਨੇ? ਕੀ ਹੁੰਦਾ ਹੈ ਫੈਮਿਲੀ ਦੇ ਵਿੱਚ? ਹਾਲਾਤ ਐਵੇਂ ਆ ਕਿ ਕਹਿੰਦੇ ਜਦੋਂ ਮਾੜਾ ਸਮਾਂ ਆਉਂਦਾ ਦੱਸ ਕੇ ਨਹੀਂ ਆਉਂਦਾ। ਬਾਕੀ ਪ੍ਰਮਾਤਮਾ ਇਹ ਸਮਾਂ ਕਿਸੇ ਤੇ ਨਾ ਲਿਆਵੇ, ਉਹ ਵੀ ਖਾਸ ਤੌਰ ਤੇ ਮਾਂ ਪਿਓ ਨਾਲ ਨੂੰ ਤਾਂ ਕਦੀ ਵੀ ਕੁਛ ਨਾ ਹੋਵੇ ਕਿਸੇ ਦੇ ਨੂੰ। ਤੇ ਉਹ ਬਸ ਸਮਾਂ ਇਹੋ ਜਿਹਾ ਹੀ 2007 ਕਿ ਸਿਸਟਰ ਦੀ ਮੈਰਿਜ ਕਰਨ ਤੋਂ ਨਾਲ ਹੀ ਨਵੰਬਰ ਮਤਲਬ ਫਰਵਰੀ 'ਚ ਸਿਸਟਰ ਦੀ ਮੈਰਿਜ ਹੋਈ ਹੈ, ਨਵੰਬਰ 'ਚ ਪਾਪਾ ਬਿਮਾਰ ਹੋ ਗਏ ਸੀ। ਉਹਨਾਂ ਨੂੰ ਮੈਂਟਲੀ ਹਾਰਟ ਦੀ ਮਤਲਬ ਹੋਰ ਕਾਫੀ ਦਿੱਕਤ ਹੋ ਗਈਆਂ ਸੀ, ਅਤੇ ਉਹ ਮੰਜੇ 'ਤੇ ਹੈਗੇ। ਅਤੇ ਫਿਰ ਖਰਚਾ ਚੱਲਦਾ ਨਹੀਂ ਪਿਆ ਸੀਗਾ ਕਿਉਂਕਿ ਖਰਚਾ ਸਾਰਾ ਜ਼ਮੀਨ ਤੋਂ ਸੀਗਾ। ਖੇਤੀਬਾੜੀ ਬਾਰੇ ਕੋਈ ਨੌਲੇਜ ਨਹੀਂ ਸੀ। ਸਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਸਾਡੇ ਖੇਤ ਸ਼ੁਰੂ ਕਿੱਥੇ ਹੋ ਗਏ ਖ਼ਤਮ ਕਿੱਥੇ ਹੁੰਦੇ ਆ, ਔਰ ਇਹ ਵੀ ਨਹੀਂ ਪਤਾ ਸੀ ਵੀ ਸਾਡੇ ਹਿੱਸੇ ਕਿੰਨੀ ਕਾਈ ਹੋਈ ਆ। ਅਤੇ ਉਹ ਫਿਰ ਹਾਲਾਤਾਂ ਨੇ ਸਿਖਾਇਆ ਕਿ ਨਹੀਂ ਪੁੱਤ ਬੈਠਿਆਂ ਦਾ ਸਰਨਾ ਨਹੀਂ ਹੈਗਾ, ਔਰ ਜੋਬ ਨਾਲ ਕੁਛ ਬਣਨਾ ਨਹੀਂ ਹੈਗਾ ਤੇਰਾ, ਕਿਉਂਕਿ ਖਰਚੇ ਹੀ ਨਹੀਂ ਚੱਲਣੇ, ਕਿਉਂਕਿ ਬ੍ਰਦਰ ਨੂੰ ਵੀ ਉੱਥੇ ਫੀਸ ਭੇਜਣੀ ਹੁੰਦੀ ਸੀ। ਅਤੇ ਫਿਰ ਮੈਂ ਆਪਣਾ ਖੇਤੀ ਵੱਲ ਕੀਤਾ। ਆਪਣਾ ਜਦੋਂ ਲੋੜ ਹੁੰਦੀ ਸੀ ਆੜਤੀ ਕੋ ਚੱਕ ਲਈਦੇ ਸੀ, ਫਿਰ ਛਮਾਈ 'ਤੇ ਉਹਨੂੰ ਦੇ ਦਈਦੇ ਸੀਗੇ, ਜੋ ਹੁੰਦਾ ਸੀਗਾ ਉਹਦੇ ਵਿੱਚੋਂ ਬਚਦਾ ਅਤੇ ਆਪਣਾ ਖਰਚ ਲਈਦਾ ਸੀਗਾ। ਹਾਂਜੀ। ਕਿੰਨੇ ਕਿੱਲੇ ਤੁਹਾਡੇ ਆਪਣੇ ਨੇ ਅਤੇ ਫਿਰ ਤੁਸੀਂ ਠੇਕੇ 'ਤੇ ਵੀ ਲੈਂਦੇ ਹੋ ਜ਼ਮੀਨ? ਸਾਡੇ ਕੋਲ ਛੋਟੇ ਜਿਹੜੇ ਕਿਉਂਕਿ ਏਰੀਏ ਦੇ ਹਿਸਾਬ ਨਾਲ ਸਾਡੇ ਕੋਲ ਛੋਟੇ 8.5 ਕਿੱਲੇ ਆ, ਕਿਉਂਕਿ ਉੱਦਾਂ 8 ਕਨਾਲ ਦਾ ਕਿੱਲਾ ਹੁੰਦਾ, ਸਾਡੇ ਇੱਥੇ 6 ਕਨਾਲ 13 ਮਰਲੇ ਦਾ ਕਿੱਲਾ ਵਾ।
ਤੇ ਉਸ ਹਿਸਾਬ ਨਾਲ ਸਾਡੇ 8.5 ਕਿੱਲੇ ਮਤਲਬ ਜ਼ਮੀਨ ਆ, ਜਿਹਦੇ ਵਿੱਚੋਂ ਮਤਲਬ 6.5 ਕਿੱਲੇ ਮੇਰੇ ਤਾਇਆ ਜੀ ਦੇ ਹੀ ਹਿੱਸੇ ਦੀ ਸੀ, ਉਹ ਵੀ ਮੈਂ ਵਾਉਂਦੀ ਹੁੰਦੀ ਸੀਗੀ। ਹਾਂਜੀ, ਤੇ ਫਿਰ ਉਹ ਕੁਛ ਇਹੋ ਜਿਹਾ ਸਮਾਂ ਆਇਆ ਕਿ ਥੋੜੇ ਪਾਪਾ ਠੀਕ ਤਾਂ ਹੋ ਗਏ ਸੀ, ਪਰ ਪੈਸੇ ਦੀ ਤਾਂ ਲੋੜ ਉਦੋਂ ਵੀ ਸੀਗੀ, ਪਰ ਉਹਨਾਂ ਨੂੰ ਕਿਸੇ ਨੇ ਚੱਕ ਚੁੱਕ ਦਿੱਤਾ, ਉਹਨਾਂ ਨੇ ਫਿਰ ਮੇਰੇ ਕੋਲ ਜ਼ਮੀਨ ਲੈ ਲਈ ਸੀਗੀ। ਫਿਰ ਮੈਂ ਆਪਣੀ ਹੀ ਉਦੋਂ ਦੀ ਕਰ ਰਹੀ ਹਾਂ। ਹਾਂਜੀ। ਜਦੋਂ ਸ਼ੁਰੂਆਤ ਕਰਦੇ ਹੋ ਕਦੀ ਉਦੋਂ ਨੌਲੇਜ ਸੀਗੀ ਖੇਤੀਬਾੜੀ ਦੇ ਬਾਰੇ, ਜਾਂ ਫਸਲ ਕਿੱਦਾਂ ਲਾਉਣੀ ਹੈ, ਕਿਹੜੇ ਸੀਜ਼ਨ ਦੇ ਵਿੱਚ ਬੀਜਣੀ ਹੈ, ਕਦੋਂ ਵੱਢਣੀ ਆ, ਉਹ ਚੀਜ਼ਾਂ ਦੀ ਨੌਲੇਜ ਸੀਗੀ ਪਹਿਲਾਂ, ਕਿ ਜਾਂ ਫਿਰ ਜਿੱਦਾਂ ਜਿੱਦਾਂ ਚੱਲਦੇ ਗਏ ਉਦਾਂ ਉਦੋਂ ਆਉਂਦੀ ਗਈ ਨੌਲੇਜ? ਦੇਖੋ ਜੀ, ਮੈਨੂੰ ਧੂੜਾ ਐੜਾ ਵੀ ਨਹੀਂ ਪਤਾ ਸੀ ਵੀ ਖੇਤੀ ਹੈ ਕੀ ਚੀਜ਼ ਆ, ਔਰ ਬੀ ਕਿਵੇਂ ਪਾਈਦਾ ਵਾ, ਖੇਤ ਕਿਵੇਂ ਵਾਹੀਦਾ, ਮੈਨੂੰ ਤਾਂ ਟਰੈਕਟਰ ਤੱਕ ਨਹੀਂ ਚਲਾਉਣਾ ਆਉਂਦਾ ਸੀ। ਇਹ ਤਾਂ ਹਾਲਾਤਾਂ ਨੇ ਸਿਖਾਇਆ। ਔਰ ਕਈ ਵਾਰੀ ਕਿਸੇ ਕੋਲ ਸਲਾਹ ਲੈ ਲੈਣੀ, ਕਈ ਚੰਗੇ ਬੰਦੇ ਹੁੰਦੇ ਸੀ ਤੁਰੇ ਜਾਂਦੇ ਵਿਚਾਰੇ, ਚੰਗੀ ਸਲਾਹ ਵੀ ਦੇ ਜਾਂਦੇ ਸੀ, ਪਰ ਕਈ ਕਹਿੰਦੇ ਆ ਨਾ ਮੂੰਹ ਤੇ ਹੁੰਦੇ ਮਿੱਠੇ ਤੇ ਅੰਦਰੋਂ ਹੁੰਦੇ ਆ ਜਮੀ ਕੋੜੇ। ਉਹ ਬੰਦੇ ਮੂੰਹ ਤੇ ਨਾ ਮਿੱਠੀਆਂ ਮਿੱਠੀਆਂ ਗੱਲਾਂ ਕਰ ਜਾਂਦੇ ਸੀ ਔਰ ਗਲਤ ਦੱਸ ਜਾਂਦੇ ਸੀਗੇ। ਬਚਪਨ ਸੀਗਾ, ਕਰ ਲਈਦਾ ਸੀ। ਹੋਇਆ ਕੁਛ, ਕੋਈ ਇਨਸੀਡੈਂਟ ਹੋਇਆ ਐਵੇਂ ਦਾ? ਹਾਂਜੀ, ਹੋਇਆ ਕਈ ਵਾਰੀ। ਮੈਂ ਐਕਚੁਅਲੀ ਗੰਨਾ ਬੀਜ ਬੈਠੀ ਸੀ ਇੱਧਰ ਨਾਲ ਵਾਲੀ ਤੇ ਉਹ ਗੰਨਾ ਮੈਨੂੰ ਪਤਾ ਨਹੀਂ ਸੀਗਾ, ਉਹ ਖੇਤ ਐਵੇਂ ਗਿੱਲਾ ਸੀਗਾ, ਮੈਂ ਵਾਹ ਕੇ ਤੇ ਗੰਨਾ ਲਾਤਾ, ਉਹ ਦੱਬ ਗਿਆ। ਇੱਕ ਮੈਂ ਬਹੁਤ ਜ਼ਿਆਦਾ ਡੂੰਘਾ ਲਾ ਲਿਆ, ਤਾਂ ਕਿਤੇ ਕਿਤੇ ਹੋ ਗਿਆ, ਮਤਲਬ ਮੇਰੇ 3 ਕਿੱਲਿਆਂ ਚੋਂ 1 ਕਿੱਲੇ ਦਾ ਵੀ ਗੰਨਾ ਨਹੀਂ ਉੱਗਿਆ। ਫਿਰ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਇਹਨੂੰ ਪੱਟ ਕੇ ਤੂੰ 1 ਕਿੱਲੇ 'ਚ ਕਰ ਦੇ। ਉਹ ਵੀ ਬਹੁਤ ਸਟਰਗਲ ਕੀਤੀ, ਮਿਹਨਤ ਕੀਤੀ, ਭਰਾ ਨੂੰ ਵੀ ਬੁਲਾਇਆ ਉੱਥੋਂ ਚੰਡੀਗੜ੍ਹੋਂ ਵੀ ਆ ਕੇ ਮੇਰੇ ਨਾਲ ਗੰਨਾ ਲਵਾ ਕੇ ਜਾ। ਪਰ ਉਹ ਉਸ ਸਾਲ ਮੇਰਾ ਇੰਨਾ ਕੁ ਨੁਕਸਾਨ ਹੋਇਆ ਸੀ ਕਿ ਹਰ ਫਸਲ 'ਚ ਮੇਰਾ ਨੁਕਸਾਨ ਸੀਗਾ, ਵੀ ਇੱਕ ਫਸਲ ਨੂੰ ਮੈਂ 3 ਵਾਰੀ ਵੀ ਬੀਜਿਆ ਸੀਗਾ। ਹਾਂਜੀ। ਫਿਰ ਉਹ 3 ਕਿੱਲਿਆਂ ਦੀ ਸਾਰੀ ਪੱਟ ਕੇ 1 ਕਿੱਲੇ 'ਚ ਕੀਤੀ? ਹਾਂਜੀ ਕੀਤੀ ਸੀ, ਪਰ ਉਹ ਵੀ ਨਹੀਂ ਰਹੀ। ਹਾਂਜੀ, ਫਿਰ ਮੈਨੂੰ ਉਹਨੂੰ ਵਾਹ ਕੇ ਫਿਰ ਹਾਰ ਕੇ ਝੋਨਾ ਲਾਉਣਾ ਪਿਆ ਮੈਨੂੰ। ਫਿਰ ਕਦੀ ਇਦਾਂ ਨਹੀਂ ਦਿਲ 'ਚ ਆਇਆ ਕਿ ਇਸ ਚੀਜ਼ ਬਾਰੇ ਪਤਾ ਨਹੀਂ ਹੈਗਾ, ਹੈ ਨਾ, ਵੀ ਪ੍ਰੋਬਲਮਸ ਵੀ ਆਉਂਦੀਆਂ, ਕੋਈ ਹੈਲਪ ਵੀ ਨਹੀਂ ਕਰਦਾ, ਲੋਕ ਮਦਦ ਕਰਨ ਦੀ ਬਜਾਏ ਗਲਤ ਸਲਾਹ ਦੇ ਜਾਂਦੇ ਆ, ਹੈ ਨਾ, ਤੇ ਫਿਰ ਕਦੀ ਇਹ ਨਹੀਂ ਆਇਆ ਵੀ ਛੱਡ ਦੇਵਾਂ ਖੇਤੀ, ਮੈਂ ਵੀ ਕੋਈ ਨੌਕਰੀ ਕਰ ਲਾਂ, ਕੋਈ ਜੌਬ ਕਰ ਲਾਂ? ਨਹੀਂ, ਦੇਖੋ ਮੈਨੂੰ ਕਿਹਾ ਵੀ ਤੇ ਕਈਆਂ ਨੇ ਸੀਗਾ ਵੀ ਤੂੰ ਜੌਬ ਕਰ ਲਾ, ਪਰ ਮੈਨੂੰ ਇਹ ਸੀਗਾ ਕਿ ਪਤਾ ਨਹੀਂ ਮੇਰੀ ਨਾ ਅੰਦਰੋਂ ਰੂਹ ਬੋਲਦੀ ਸੀ ਵੀ ਜੋ ਤੇਰਾ ਮਤਲਬ ਡੈਡੀ ਕਿੱਤਾ ਕਰਦਾ ਸੀ ਨਾ, ਤੂੰ ਇਹਨੂੰ ਛੱਡਣਾ ਨਹੀਂ ਹੈਗਾ। ਤੇ ਇਹਦੇ ਵਿੱਚ ਕਿਉਂਕਿ ਮੈਨੂੰ ਇਹ ਸੀਗਾ ਕਿ ਇਹ ਤਾਂ 6 ਮਹੀਨਿਆਂ ਬਾਅਦ ਸਾਡੇ ਕੋਲ, ਮੈਂ ਮੰਨ ਲਓ ਆੜਤੀ ਕੋ ਗਈ ਹਾਂ, ਅੱਜ ਮੈਨੂੰ ਲੋੜ ਆ, ਮੰਨ ਲਓ 10 ਲੱਖ ਦੀ ਲੋੜ ਆ, ਮੈਂ ਆੜਤੀ ਨੂੰ ਕਹਿਤਾ ਵੀ ਮੈਨੂੰ 5 ਲੱਖ ਚਾਹੀਦਾ, ਅਗਲੇ ਨੇ 5 ਦੇਤਾ। ਜਦੋਂ ਮੇਰੀ ਫਸਲ ਆਉਣੀ ਆ ਤਾਂ ਮੈਂ 5 ਤਾਰ ਦੇਣਾ, ਪਰ ਜੇ ਮੈਂ ਕਿਸੇ ਜੌਬ ਕੀਤੀ ਤਾਂ ਉੱਥੇ ਮੈਨੂੰ 5 ਲੱਖ ਥੋੜੀ ਦੇ ਦੇਣਾ ਕਿਸੇ ਨੇ, ਕਿ ਉਹ ਸਮੇਂ ਦੀ ਮੰਗ ਸੀਗੀ। ਉਸ ਟਾਈਮ ਪੈਸਾ ਬਹੁਤ ਲੱਗ ਰਿਹਾ ਸੀ ਡੈਡੀ ਤੇ ਕਿਉਂਕਿ ਘਰ ਸੰਦ ਵੀ ਮੇਰੇ ਕੋਲ, ਟਰੈਕਟਰ ਵੀ ਨਹੀਂ ਸੀਗਾ, ਟਰਾਲੀ ਵੀ ਨਹੀਂ ਸੀਗੀ ਮੇਰੇ ਕੋਲ, ਉਹ ਵੀ ਪੁਰਾਣੀ ਸੀਗੀ, ਤੇ ਸਾਡੇ ਕੋਲ ਪਾਣੀ ਵੀ ਨਹੀਂ ਸੀਗਾ। ਤਾਂ ਮੈਨੂੰ ਇਹ ਸੀਗਾ ਕਿ ਚੱਲ ਕਿਤੋਂ ਨਾ ਕਿਤੋਂ ਮੈਂ ਮਤਲਬ ਪਾਪਾ ਦਾ ਇਲਾਜ ਵੀ ਕਰਾ ਲਵਾਂ, ਔਰ ਖੇਤੀ ਦੇ ਸਿਰ ਤੋਂ ਹੀ ਮਤਲਬ ਮੈਂ ਸਾਰਾ ਕੁਛ ਕੀਤਾ ਇਹ। ਅੱਛਾ, ਇਹ ਸੀਗਾ ਕਿ ਮੈਨੂੰ ਕਦੀ ਵੀ ਪੈਸੇ ਚੁੱਕਣੇ ਪੈ ਸਕਦੇ ਆ ਨਾ ਫਾਦਰ ਸਾਹਿਬ ਕਰਕੇ, ਤੇ ਮੈਂ ਆੜਤੀਏ ਤੋਂ ਚੁੱਕ ਸਕਦੀ ਹਾਂ, ਹੈ ਨਾ, ਤਾਂ ਤੁਸੀਂ ਇਹ ਕਿੱਤਾ ਚੂਜ਼ ਕਰਦੇ ਹੋ, ਇਹ ਕਿੱਤਾ ਅਪਣਾਉਂਦੇ ਹੋ? ਹਾਂਜੀ ਹਾਂਜੀ, ਬਿਲਕੁਲ। ਮੇਰਾ ਪਹਿਲਾਂ ਇਹੀ ਸੀਗਾ ਕਿ ਮੈਂ ਜੇ ਖੇਤੀ ਕੀਤੀ ਤਾਂ ਕਮ ਸੇ ਕਮ ਮੇਰਾ ਘਰ ਦਾ ਗੁਜ਼ਾਰਾ, ਮਤਲਬ ਮੈਨੂੰ ਕਿਸੇ ਤੋਂ ਇੱਕ ਕਰਜ਼ਾ ਨਹੀਂ ਚੱਕਣਾ ਪਊਗਾ। ਮੇਨ ਸਿਰਫ ਮੇਰਾ ਇਹ ਸੀ ਕਿ, ਔਰ ਜ਼ਿਆਦਾਤਰ ਕੀ ਹੁੰਦਾ ਵਾ ਕਿ ਅਕਸਰ ਸੁਣੀਦਾ ਵਾ ਕਿ ਕਿਸੇ ਦਾ ਪਿਓ ਮੰਜੇ ਤੇ ਪੈ ਜਾਵੇ ਤੇ ਰਿਸ਼ਤੇਦਾਰ ਕੀ ਕਹਿੰਦੇ, ਯਾਰ ਠੇਕੇ ਤੇ ਦੇ ਦੇ ਤੂੰ। ਠੇਕੇ ਨਾਲ ਇਲਾਜ ਨਹੀਂ ਹੋ ਸਕਦਾ। ਜੇ ਤੁਸੀਂ ਖੁਦ ਕਰਦੇ ਹੋ ਕਿ ਹੋ ਸਕਦਾ ਕਦੀ ਘਾਟਾ ਵਾਧਾ, ਮਤਲਬ ਜ਼ਿੰਦਗੀ ਦਾ ਦਸਤੂਰ ਆ, ਪਰ ਜਿਹੜੀ ਜ਼ਮੀਨ ਹੁੰਦੀ ਆ ਨਾ, ਇਹ ਇਹੋ ਜਿਹੀ ਮਾਂ ਵਾ, ਇਹ ਕਹਿੰਦੀ ਆ ਕਿ ਤੂੰ ਮੈਨੂੰ 1 ਬੀਜ ਸੁੱਟ, ਮੈਂ ਤੈਨੂੰ 20 ਬੀਜ ਦਊਂਗੀ। ਮਤਲਬ ਕਿ ਤੂੰ ਅਗਰ 40 ਕਿਲੋ ਸੁੱਟਿਆ ਵਾ ਤਾਂ ਮੈਂ ਤੈਨੂੰ 20 ਕੁਇੰਟਲ ਦਊਂਗੀ। ਮਤਲਬ ਉਹ ਕਦੀ ਘਾਟੇ 'ਚ ਨਹੀਂ ਜਾਣ ਦਿੰਦੀ ਹੈਗੀ। ਚਲੋ ਵਾਧੇ ਘਾਟੇ ਦਾ ਜ਼ਿੰਦਗੀ ਦਾ ਦਸਤੂਰ ਹੈ, ਚੱਲਦਾ ਰਹਿੰਦਾ। ਤੇ ਫਿਰ ਕਦੀ ਆਂਢ ਗੁਆਂਢ ਨੇ ਜਾਂ ਰਿਸ਼ਤੇਦਾਰਾਂ ਨੇ ਜਾਂ ਲੋਕਾਂ ਨੇ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ ਆ ਵੀ ਨਾ ਕਰ, ਇਹਦੇ ਵਿੱਚ ਕੀ ਰੱਖਿਆ, ਤੂੰ ਕੁੜੀਆਂ ਵਾਂਗੂ ਰਹਿ, ਹੈ ਨਾ, ਵੀ ਤੂੰ ਖੇਤਾਂ ਦੇ ਵਿੱਚ ਫਿਰਦੀ ਰਹਿੰਦੀ ਆ, ਇੱਦਾਂ ਦੀਆਂ ਗੱਲਾਂ ਹੋਈਆਂ ਸੀਗੀਆਂ? ਹਾਂਜੀ, ਉਸ ਟਾਈਮ ਮੇਰੇ ਮਤਲਬ ਕਿਉਂਕਿ ਸ਼ੁਰੂ ਤੋਂ ਅਗਰ ਮੇਰੀ ਮਾਂ ਮੇਰੇ ਨਾਲ ਨਾ ਹੁੰਦੀ ਤਾਂ ਸ਼ਾਇਦ ਇਹ ਇੱਥੋਂ ਤੱਕ ਮੈਂ ਅੱਜ ਤੁਹਾਡੇ ਸਾਹਮਣੇ ਵੀ ਨਾ ਹੁੰਦੀ, ਕਿਉਂਕਿ ਮੇਰੀ ਮਾਂ ਨੇ ਜਿੰਨਾ ਮੇਰੇ ਪਾਪਾ ਨੂੰ ਸਾਂਭਿਆ ਤੇ ਜਿੰਨਾ ਉਹਨਾਂ ਨੇ ਮੈਨੂੰ ਸਾਥ ਦਿੱਤਾ ਮੇਰਾ, ਕਿਉਂਕਿ ਉਹ ਘਰੇ ਵੀ ਕੰਮ ਕਰਦੇ। ਸਾਡੇ ਕੋਲ ਉਸ ਟਾਈਮ 30-35 ਡੰਗਰ ਸੀਗੇ ਘਰੇ, ਮੰਮੀ ਡੰਗਰਾਂ ਦਾ ਵੀ ਕਰਦੇ ਸੀਗੇ, ਰੋਟੀ ਪਾਣੀ ਦਾ ਹੋ ਗਿਆ, ਡੈਡੀ ਨੂੰ ਵੀ ਸਾਂਭਦੇ ਸੀਗੇ। ਔਰ ਉਸ ਤੋਂ ਬਾਅਦ ਉਹਨਾਂ ਕੋਲ ਜਦੋਂ ਟਾਈਮ ਮਿਲਦਾ ਸੀ ਉਹ ਮੇਰੇ ਨਾਲ ਖੇਤ ਵੀ ਆ ਕੇ ਦੇ ਦਿੰਦੇ ਵੀ ਮੇਰੀ ਧੀ ਇਕੱਲੀ ਲੱਗੀ ਹੋਈ ਆ ਤਾਂ ਮੈਂ ਥੋੜ੍ਹਾ ਬਹੁਤ ਉਹਦੇ ਨਾਲ ਖਰਾ ਦੇਵਾਂ। ਮਤਲਬ ਮੇਰੀ ਮਾਂ ਨੇ, ਅੱਜ ਵੀ ਮੇਰੀ ਮਾਂ ਮੇਰੇ ਨਾਲ ਖੜੀ ਆ। ਤੇ ਮਤਲਬ ਮੈਂ ਅਗਰ ਕਹਾਂ ਕਿ ਅਗਰ ਰੱਬ ਵਾ ਤਾਂ ਮੇਰੀ ਮਾਂ ਹੀ ਆ ਮੇਰੇ ਵਾਸਤੇ, ਮੇਰੇ ਪਾਪਾ ਔਰ ਮੇਰੀ ਮਾਂ। ਮਤਲਬ ਮੈਂ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਕਰਦੀ ਸੀ। ਅੱਜ ਚਲੋ ਪਾਪਾ ਨਹੀਂ ਹੈਗੇ, ਪਰ ਮੇਰਾ ਉਹਦਾ ਮਤਲਬ ਮੈਨੂੰ ਮਹਿਸੂਸ ਹੁੰਦਾ ਰਹਿੰਦਾ ਉਹ ਮੇਰੇ ਨਾਲ ਨੇ। ਤੇ ਹਾਂ, ਖਿੱਚਣ ਵਾਲਿਆਂ ਨੇ ਦੇਖੋ ਜੀ ਬੜਾ ਕੁਛ ਕੋਸ਼ਿਸ਼ ਕਰਦੇ ਹੁੰਦੇ ਆ, ਕਿਉਂਕਿ ਤੁਹਾਨੂੰ ਪਤਾ ਹੀ ਆ, ਇਹ ਸੱਚਾਈ ਆ ਕਿ ਕੋਈ ਵੀ ਬੰਦਾ ਨਾ ਕਿਸੇ ਨੂੰ ਅੱਗੇ ਵਾਧਾ ਦੇਖ ਕੇ ਖੁਸ਼ ਨਹੀਂ ਹੁੰਦਾ। ਜੇ ਤੁਸੀਂ ਇੱਕ ਸਮਾਂ ਵਾ ਕਿ ਤੁਸੀਂ, ਤੁਹਾਡੇ ਕੋਲ ਰੋਟੀ ਦੇ ਵੀ ਲਾਲੇ ਪੈ ਗਏ, ਪਰ ਇੱਕ ਸਮਾਂ ਵਾ ਕਿ ਤੁਹਾਨੂੰ ਦੁਨੀਆ ਜਾਣਦੀ ਪਈ ਆ, ਉਹ ਤੁਹਾਡੇ ਨਾਲ ਦੇ ਜਿਹੜੇ ਇੱਧਰ ਉੱਧਰ ਦੇ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਕਿ ਇਹਨੂੰ 4 ਬੰਦੇ ਜਾਣਦੇ ਕਿਉਂ ਆ।
ਤੇ ਇਸ ਕਰਕੇ ਲੱਤਾਂ ਦਾ ਦੇਖੋ ਜੀ ਬਹੁਤ ਜਾਣਿਆਂ ਨੇ ਖਿੱਚੀਆਂ, ਕਈਆਂ ਨੇ ਮੈਨੂੰ ਇਹ ਵੀ ਕਿਹਾ ਤੂੰ ਕਿਉਂ ਪਾਗਲਾ ਤਰਲ ਗਈ, ਕੱਲ੍ਹ ਨੂੰ ਕਿਸੇ ਨੇ ਨਹੀਂ ਤੇਰਾ ਗੁਣ ਸਾਣ ਪਾਉਣਾ, ਤੇ ਕਿਸੇ ਨੇ ਨਹੀਂ ਤੇਰੀ ਸਾਰ ਜਾਨੀ, ਤੇਰਾ ਭਰਾ ਅੱਜ ਹੈਗਾ ਵਾ, ਕੱਲ੍ਹ ਨੂੰ ਅਗਲਾ ਤੈਨੂੰ ਕਹੂਗਾ ਤੁਰੀ ਚੱਲ, ਮੈਂ ਨਹੀਂ ਦੇਣਾ ਜਾਂ ਮੈਂ ਨਹੀਂ ਕਰਨਾ। ਤੇ ਪਰ ਮੈਂ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ, ਜੇ ਮਾਲਕ ਨੇ ਇੱਥੋਂ ਤੱਕ ਲਿਆਂਦਾ ਵਾ, ਕੁਝ ਸੋਚ ਕੇ ਹੀ ਲਿਆਂਦਾ ਵਾ, ਅੱਗੇ ਵੀ ਲੈ ਜਾਊਗਾ, ਕੋਈ ਦਿੱਕਤ ਨਹੀਂ ਆ। ਕਦੀ ਕਿਸੇ ਨੇ ਇਹ ਕਿਹਾ ਸੀ ਕਿ ਕੁੜੀ ਆ ਤੂੰ ਕੀ ਕਰ ਲੇਂਗੀ? ਹਾਂ ਬਹੁਤ ਜਾਣਿਆਂ ਨੇ, ਮਤਲਬ ਨਾਮ ਤਾਂ ਚਲੋ ਆਪਾਂ ਨਹੀਂ ਲੈ ਸਕਦੇ ਹੈਗੇ ਸਾਹਮਣੇ, ਹਾਂ ਉਹ ਕਹਿੰਦੇ ਸੀਗੇ ਕਿ ਤੂੰ ਕੁੜੀਆਂ ਵਾਂਗੂ ਰਹਿ, ਕਿਉਂ ਇੱਥੇ ਵੱਟਾਂ ਤੇ ਤੁਰੀ ਫਿਰਦੀ ਰਹਿੰਦੀ ਆ, ਤੂੰ ਐਵੇਂ ਹੀ ਵੱਟਾਂ ਤੇ ਜਾ ਕੇ ਵੱਟਾਂ ਸਾਫ਼ ਕਰਦੀ। ਮੈਂ ਕਿਹਾ ਵੱਟਾਂ ਮੇਰੇ ਪਿਓ ਨੇ ਖਰੀਦੀਆਂ, ਮੈਂ ਆਪਣੇ ਪਿਓ ਦੀ ਵੱਟ ਤੇ ਕੰਮ ਕਰਦੀ ਹਾਂ, ਮੈਂ ਕਿਸੇ ਦੀ ਖੇਤ 'ਚ ਕਰਕੇ ਜਾ ਕੇ ਨਹੀਂ ਕਰਦੀ। ਨਾਲੇ ਮੈਂ ਮਿਹਨਤ ਆਪਣੇ ਪਿਓ ਦੀ ਕਮਾਈ ਤੇ ਕਮਾਈ ਕਰਦੀ ਪਈ ਆ। ਉਹ ਪੁੱਤ ਕਿਹੜਾ ਹੋਇਆ ਜਿਹੜਾ ਪਿਓ ਦੀ ਮਿਹਨਤ ਤੇ ਕਮਾਈ ਨਾ ਕਰਕੇ ਘਰ ਚਲਾਵੇ, ਉਹ ਥੋੜੀ ਕਿ ਵੇਚਣੀਆਂ ਲਾ ਦੇਵੇ, ਵੇਚਣ ਵਾਲਾ ਕੰਮ ਨਹੀਂ। ਮੈਂ ਇੱਕ ਹੀ ਗੱਲ ਕਹੀ, ਮੈਂ ਕਿਹਾ ਡੈਡੀ ਵੇਚਣੀ ਨਹੀਂ ਹੈ ਜ਼ਮੀਨ, ਮਿਹਨਤ ਕਰ ਲਾਂਗੇ, ਕੋਈ ਗੱਲ ਨਹੀਂ, ਥੋੜਾ ਖਾ ਲਾਂਗੇ। ਹਾਂਜੀ ਪੁੱਤਾਂ ਵਾਂਗੂ ਰੱਖਣੀ ਹੈ ਨਾ ਜ਼ਮੀਨ, ਵੇਚਣੀ ਨਹੀਂ। ਅੱਛਾ, ਪੇਰੈਂਟਸ ਨੇ ਇੱਕ ਸ਼ੀਲਡ ਦਾ ਕੰਮ ਕਰਦੇ ਹੁੰਦੇ, ਤੁਹਾਡੇ ਤੱਕ ਕੋਈ ਵੀ ਮੁਸ਼ਕਿਲ ਆਉਂਦੀ ਹੈ ਨਾ ਤਾਂ ਉਹ ਕੋਸ਼ਿਸ਼ ਕਰਦੇ ਆ ਕਿ ਬਾਹਰੋਂ ਬਾਹਰ ਹੀ ਉਹ ਨਿਪਟਾ ਦਈਏ, ਹੈ ਨਾ। ਫਿਰ ਜਦੋਂ ਕੋਈ ਘਰ ਜਾਂ ਪੇਰੈਂਟਸ ਨੂੰ ਜਾਂ ਮੰਮੀ ਨੂੰ ਕੋਈ ਕੁਛ ਇੱਦਾਂ ਆ ਕੇ ਕਹਿੰਦਾ ਸੀ ਤਾਂ ਮੰਮੀ ਕੀ ਅੱਗੇ ਜਵਾਬ ਦਿੰਦੇ ਸੀ? ਮੰਮੀ ਮੈਨੂੰ ਨਾ ਦੱਸ ਦਿੰਦੇ ਹੁੰਦੇ, ਉਹਨਾਂ ਨੂੰ ਪਤਾ ਇਹਦਾ ਗਰਮ ਸੁਭਾਅ ਆ, ਪਰ ਮੈਂ ਮੰਮੀ ਦੀ ਆਰਾਮ ਨਾਲ ਗੱਲ ਸੁਣੀ। ਮੈਂ ਮੰਮੀ ਪਤਾ ਹੀ ਮੰਮੀ ਲੋਕਾਂ ਦੀਆਂ ਨਹੀਂ ਗੱਲਾਂ ਚਾਹੀਦਾ, ਨਜ਼ਾਰੇ ਲਈਦੇ ਜ਼ਿੰਦਗੀ ਦੇ। ਮੈਂ ਕਿਹਾ ਦੇਖ ਮਾੜੇ ਸਮੇਂ 'ਚ ਆਪਾਂ ਦੋਵੇਂ ਨਾਲ ਖੜੇ ਸੀ ਇੱਕ ਦੂਜੇ ਦੇ, ਹੁਣ ਜੇ ਆਪਣਾ ਚੰਗਾ ਸਮਾਂ ਆਇਆ ਵਾ ਨਾ, ਆਪਾਂ ਲੋਕਾਂ ਦੀਆਂ ਕਿਉਂ ਸੁਣੀਏ, ਆਪਾਂ ਆਪਣੀ ਕਰਨੀ ਹੈ, ਜੋ ਆਪਾਂ ਨੂੰ ਸਹੀ ਲੱਗੂਗਾ ਆਪਾਂ ਉਹ ਕਰਨਾ। ਆਪਾਂ ਕਿਸੇ ਕੋਲੋਂ ਨਾ ਤਾਂ ਕੋਈ ਮਾੜੇ ਟਾਈਮ 'ਚ ਖੜਿਆ ਸੀ, ਜੇ ਹੁਣ ਚੰਗਾ ਆ ਗਿਆ ਤਾਂ ਹੁਣ ਤੇ ਇਹਨੂੰ ਮਿਲਦੇ ਜ਼ਰੂਰ ਆ ਸਾਰੇ, ਖੜਨਾ ਕੱਲ੍ਹ ਨੂੰ ਨਹੀਂ, ਕੱਲ੍ਹ ਨੂੰ ਫਿਰ ਵੀ ਨਹੀਂ ਕਿਸੇ ਨੇ ਜਦੋਂ ਤੇਰਾ ਮਾੜਾ ਟਾਈਮ ਆਇਆ। ਇਸ ਕਰਕੇ ਜਿਹੜਾ ਤੁਹਾਡੇ ਕੋਲ ਆ ਨਾ ਉਹਨੂੰ ਸਾਂਭ ਲਓ, ਭਾਵੇਂ ਉਹ ਤੁਹਾਡੇ ਬੱਚੇ ਆ, ਭਾਵੇਂ ਕੋਈ ਵੀ ਆ। ਫਾਦਰ ਸਾਹਿਬ ਮੈਂਟਲੀ ਥੋੜਾ ਡਿਸਟਰਬ ਸੀਗੇ, ਹੈ ਨਾ, ਤੇ ਉਹ ਕਦੀ ਵੀ ਨਿਕਲ ਪੈਂਦੇ ਸੀਗੇ, ਟਰੈਕਟਰ ਲੈ ਕੇ ਆ ਜਾਂਦੇ ਹੁੰਦੇ ਸੀਗੇ। ਤੁਸੀਂ ਦੱਸਦੇ ਸੀਗੇ ਕਈ ਵਾਰੀ ਤੁਹਾਨੂੰ ਇੱਥੋਂ ਕਾਲਜ ਤੁਸੀਂ 3 ਵਜੇ ਉੱਠਣਾ, ਕੰਮ ਕਰਨਾ ਤੇ ਮਦਰ ਨਾਲ ਕਰਵਾ ਕੇ ਫਿਰ ਖੇਤਾਂ ਦਾ ਕੰਮ ਕਰਕੇ ਕਾਲਜ ਜਾਣਾ, ਹੈ ਨਾ, 4 ਬੱਸਾਂ ਬਦਲਣੀਆਂ ਤੇ ਕਈ ਵਾਰੀ ਉੱਥੇ ਪਹੁੰਚਦਿਆਂ ਸਾਰ ਵਾਪਸ ਆਉਣਾ ਪੈ ਜਾਂਦਾ ਸੀ, ਇੱਦਾਂ ਦੇ ਹਾਲਾਤ ਹੁੰਦੇ ਸੀਗੇ, ਹੈ ਨਾ। ਹਾਂਜੀ ਜ਼ਿਆਦਾਤਰ ਕਈ ਵਾਰੀ ਕੀ ਹੁੰਦਾ ਸੀ, ਮਤਲਬ ਮੈਂ ਘਰੋਂ ਜਾਣਾ, ਕਿਉਂਕਿ ਮੇਰਾ ਕਾਲਜ ਸਟੈਪ ਬਾਈ ਸਟੈਪ ਸੀ। ਮੇਰਾ ਸਕੂਲ ਸੀਗਾ ਇੱਥੋਂ 4 ਕਿਲੋਮੀਟਰ, ਉਸ ਤੋਂ ਅੱਗੇ 15 ਕਿਲੋਮੀਟਰ ਤੇ ਮੇਰਾ ਕਾਲਜ ਸੀਗਾ। ਨੈਕਸਟ ਜਦੋਂ ਮੇਰੀ ਸਟੈਪ ਹੋਇਆ, ਉਸ ਤੋਂ ਬਾਅਦ 55 ਕਿਲੋਮੀਟਰ ਤੇ ਮੇਰੇ ਘਰ ਤੋਂ ਮੇਰੀ ਯੂਨੀਵਰਸਿਟੀ ਪੈਂਦੀ ਸੀ, ਤੇ ਉਹ ਮਤਲਬ ਗਾਂਹ ਤੋਂ ਵੱਧ ਗਿਆ। ਤੇ ਉਦੋਂ ਕੀ ਹੁੰਦਾ ਸੀਗਾ ਕਿ ਮੈਂ ਯੂਨੀਵਰਸਿਟੀ ਜਦੋਂ ਜਾਂਦੀ ਸੀ ਤਾਂ ਜੇ ਕਈ ਵਾਰੀ ਇੱਥੋਂ ਬੱਸ ਲੈਣੀ, ਸ਼ਾਹਬਾਦ ਹੀ ਪਹੁੰਚਣਾ, ਫੋਨ ਆ ਜਾਣਾ, ਪੁੱਤ ਤੇਰੇ ਡੈਡੀ ਨੇ ਟਰੈਕਟਰ ਚਲਾ ਲਿਆ ਤੇ ਤੂੰ ਐਂ ਕਰ ਵਾਪਸ ਆ ਜਾ। ਇੱਕ ਬੱਸ ਤੋਂ ਉਤਰਨਾ ਤਾਂ ਦੂਜੀ ਤੇ ਚੜ੍ਹ ਕੇ ਘਰ ਨੂੰ ਆ ਜਾਣਾ, ਫਿਰ ਰੋਕਣਾ। ਫਿਰ ਦੋਸਤਾਂ ਮਿੱਤਰਾਂ ਦਾ ਫੋਨ ਵੀ ਅੱਜ ਸਕੂਲ ਕਾਲਜ ਨਹੀਂ ਪਹੁੰਚੀ, ਅੱਜ ਲੈਕਚਰ ਸੀਗਾ, ਅੱਜ ਮੈਡਮ ਨੇ ਆਹ ਕਰਾਇਆ। ਤੇ ਮੇਰਾ ਤਾਂ ਕਈ ਵਾਰੀ ਕੰਮ ਵੀ ਰਹਿ ਜਾਂਦਾ ਸੀ। ਫਿਰ ਮੈਂ ਮੈਡਮ ਨਾਲ ਗੱਲ ਕੀਤੀ, ਮੈਂ ਕਿਹਾ ਮੈਡਮ ਵੀ ਮੇਰੀ ਘਰ ਦੀ ਆਹ ਪ੍ਰੋਬਲਮ ਆ। ਮੈਡਮ ਕਹਿੰਦੇ ਕੋਈ ਨਹੀਂ ਪੁੱਤ, ਪਰਮਜੀਤ ਮੈਡਮ ਨੇ, ਡਾਕਟਰ ਕੁਲਦੀਪ ਸਿੰਘ, ਡਾਕਟਰ ਪਰਮਜੀਤ ਕੌਰ ਇਸ ਟਾਈਮ ਪ੍ਰੈਜ਼ੈਂਟ ਟਾਈਮ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਮਤਲਬ ਇੱਕ ਮੇਨ ਅਹੁਦੇ 'ਤੇ ਨੇ, ਤੇ ਉਹਨਾਂ ਨੇ ਬਹੁਤ ਸਾਥ ਦਿੱਤਾ। ਉਹ ਕਹਿੰਦੇ ਕੋਈ ਨਹੀਂ ਪੁੱਤ ਅਸੀਂ ਤੇਰੇ ਨਾਲ ਆ, ਤੇ ਉਹਨਾਂ ਨੇ ਬਹੁਤ ਸਾਥ ਦਿੱਤਾ। ਅਗਰ ਉਹ ਸਾਥ ਨਾ ਦਿੰਦੇ ਤਾਂ ਸ਼ਾਇਦ ਮੇਰੀ ਮਾਸਟਰ ਵੀ ਨਾ ਹੁੰਦੀ। ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਸੀ ਅਮਰਜੀਤ ਪੜ੍ਹ ਲਾ, ਮੈਂ ਕਿਹਾ ਨਹੀਂ ਮੈਡਮ ਮੇਰੀ ਘਰ ਦੀ ਕੁਛ ਜ਼ਿਆਦਾ ਕੰਡੀਸ਼ਨ ਖਰਾਬ ਆ, ਤੇ ਬਾਕੀ ਮਾਸਟਰ ਕਰ ਲਈ ਸੀਗੀ ਮੈਂ। ਇੱਕ ਤੁਸੀਂ ਗੱਲ ਦੱਸਦੇ ਸੀਗੇ ਕਿ ਇੱਕ ਦਿਨ ਐਵੇਂ ਹੋਇਆ ਕਿ ਤੁਸੀਂ ਕਣਕ ਬੀਜਣੀ ਸੀ ਤੇ ਟੈਂਕੀ ਫੁੱਲ ਕਰਕੇ ਤਾਂ ਚਲੇ ਗਏ ਸੀ, ਤਾਂ ਫਾਦਰ ਸਾਹਿਬ ਨੇ ਸਟਾਰਟ ਕਰਕੇ ਪੂਰਾ ਦਿਨ ਰੱਖਤਾ, ਜਦੋਂ ਤੱਕ ਆਏ ਸੀਗੇ। ਬੰਦ ਕਰਨਾ ਨਹੀਂ ਆਉਂਦਾ ਸੀ ਮਦਰ ਨੂੰ, ਹੈ ਨਾ, ਜਦੋਂ ਤੱਕ ਆਏ ਸੀ ਉਦੋਂ ਤੱਕ ਖਤਮ ਹੋ ਗਿਆ ਸੀਗਾ ਇਹਦਾ ਪੈਟਰੋਲ। ਹਾਂਜੀ ਉਹ ਐਵੇਂ ਹੋਇਆ ਸੀ ਕਿ ਮੈਂ ਮਾਰਨਿੰਗ, ਕਿਉਂਕਿ ਪਿੱਲੋਂ ਨਾ ਮੇਰੇ ਕੋਲ ਪਾਣੀ ਨਹੀਂ ਹੈ ਸੀ, ਤੇ 15 ਕਿੱਲੇ ਇੱਕ ਮੋਟਰ 3 ਇੰਚੀ ਨਾਲ ਚੱਲਦਾ ਨਹੀਂ ਸੀਗਾ ਕੰਮ, ਤੇ ਮੈਂ ਬੋਰ ਲਿਆ ਸੀਗਾ ਕਰਾ, ਤੇ ਮੇਰੇ ਕੋਲ ਕਨੈਕਸ਼ਨ ਨਹੀਂ ਹੈ ਸੀ। ਤੇ ਮੈਂ ਸਵੇਰੇ ਤੜਕੇ 3 ਵਜੇ ਉੱਠੀ, ਤਾਂ ਉੱਠ ਕੇ ਤੇ ਮੈਂ ਨਾ 2 ਨੰਬਰ ਦੇ ਵਿੱਚ ਤਾਰਾਂ ਲਾਉਂਦੀ ਹੁੰਦੀ ਸੀ, ਤੇ ਉਹ ਮੇਰੇ ਘਰ ਦੇ ਕੋਲ ਟਰਾਂਸਫਾਰਮ ਸੀਗਾ, ਉੱਥੋਂ ਮੈਂ 2-3 ਤਾਰਾਂ ਵਿਛਾਉਣੀਆਂ 4 ਕਿੱਲਿਆਂ ਲੰਮੀਆਂ, ਤੇ ਫਿਰ ਮੈਂ ਡਾਇਰੈਕਟ ਲਾਉਣੀਆਂ ਤਾਰਾਂ। ਤੇ ਮੈਂ ਉਹ ਰਾਤ ਨੂੰ ਪਾਣੀ ਲਾਇਆ ਸੀ, ਤਾਂ ਸਵੇਰ ਨੂੰ ਮੈਂ ਇਕੱਠੀਆਂ ਕਰਕੇ ਤੇ ਮੈਂ ਚਲੀ ਗਈ। ਤੇ ਉਹ ਮੈਂ ਜਦੋਂ ਪਹੁੰਚੀ ਯੂਨੀਵਰਸਿਟੀ, ਮੇਰਾ ਲੈਕਚਰ ਲੱਗਾ ਹੋਇਆ, ਤਾਂ ਮੰਮੀ ਦਾ ਫੋਨ ਆ ਗਿਆ। ਤੇ ਲੈਕਚਰ ਮਤਲਬ ਮੈਨੂੰ ਇਹ ਸੀ ਕਿਤੇ ਕੋਈ ਦਿੱਕਤ ਨਾ ਹੋ ਗਈ ਹੋਵੇ ਜ਼ਿਆਦਾ। ਤਾਂ ਮੈਂ ਮੈਡਮ ਨੂੰ ਆਖਿਆ, ਮੈਂ ਕਿਹਾ ਮੈਡਮ ਮੈਂ ਗੱਲ ਕਰਨੀ, ਘਰੋਂ ਫੋਨ ਆਇਆ, ਕਹਿੰਦੇ ਪੁੱਤ ਚੱਲ ਜਾਓ। ਫਿਰ ਮੈਂ ਜਾ ਕੇ ਬਾਹਰ ਗੱਲ ਕੀਤੀ, ਮੰਮੀ ਕਹਿੰਦੀ ਤੇਰੇ ਡੈਡੀ ਨੇ ਸਵੇਰ ਦਾ, ਜਦੋਂ ਦੀ ਤੂੰ ਗਈ ਆ ਨਾ ਉਦੋਂ ਦਾ ਤੇਰਾ ਡੈਡੀ ਖੇਤ ਲੈ ਗਿਆ ਵਾ ਟਰੈਕਟਰ, ਤੇ ਕਣਕ ਬੀਜਣੀ ਆ, ਤੇ ਤੂੰ ਜਿਹੜਾ ਭਰਵਾ ਕੇ ਗਈ ਆ ਉਹ ਕਰਤੀ ਖਾਲੀ ਟੈਂਕੀ। ਤੇ ਮੈਂ ਕਿਹਾ ਮੰਮੀ ਤੁਸੀਂ ਕਿਸੇ ਨੂੰ ਕਹਿ ਕੇ ਬੰਦ ਕਰਵਾ ਦਿਓ। ਮੰਮੀ ਕਹਿੰਦੀ ਪੁੱਤ ਇੱਥੇ ਕੋਈ ਵੀ ਨਹੀਂ ਆਉਂਦਾ ਹੈਗਾ, ਤੇ ਤੇਰਾ ਡੈਡੀ ਮੈਨੂੰ ਬੰਦ ਨਹੀਂ ਕਰਨ ਦਿੰਦਾ, ਮੈਨੂੰ ਪਤਾ ਵੀ ਨਹੀਂ ਬੰਦ ਕਿੱਥੋਂ ਹੋਣਾ। ਫਿਰ ਮੈਂ ਕਿਹਾ ਚੱਲ ਮੰਮੀ ਮੈਂ ਆਉਂਦੀ ਹਾਂ। ਮੈਨੂੰ ਆਉਂਦਿਆਂ ਲੱਗ ਗਏ 2.5 ਘੰਟੇ, 2.5 ਤੋਂ 3 ਘੰਟੇ, ਕਿਉਂਕਿ 3-4 ਬੱਸਾਂ ਬਦਲਣੀਆਂ ਸੀ। ਮੈਂ ਸ਼ਾਮੀ 6 ਵਜੇ ਆ ਕੇ ਟਰੈਕਟਰ ਬੰਦ ਕੀਤਾ,
ਔਰ ਮੈਂ ਆ ਕੇ ਪੁੱਛਿਆ, ਮੈਂ ਕਿਹਾ ਡੈਡੀ ਤੁਸੀਂ ਸਵੇਰ ਦੇ ਟਰੈਕਟਰ ਸਟਾਰਟ ਕਰਕੇ ਖੜੇ ਹੋ ਵੀ ਜਾਂ ਤਾਂ ਵਾਹ ਲਓ ਇਹਨੂੰ। ਕਹਿੰਦੇ ਪੁੱਤ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਇਹਨੂੰ ਚਲਾਵਾਂ ਕਿ ਬੰਦ ਕਰਦਾ, ਤੇ ਬੰਦ ਕਿੱਥੋਂ ਹੋਣਾ, ਮੈਨੂੰ ਇਹ ਵੀ ਚੇਤਾ ਭੁੱਲ ਗਿਆ। ਮਤਲਬ ਉਹ ਸਮਾਂ ਹੀ ਇਹੋ ਜਿਹਾ ਸੀਗਾ। ਤੇ ਬਾਕੀ ਚਲੋ। ਅੱਛਾ, ਇੱਕ ਇਹ ਵੀ ਇਨਸੀਡੈਂਟ ਦੱਸਦੇ ਸੀਗੇ ਕਿ ਟਰੈਕਟਰ ਦੋ ਦਰਖਤਾਂ ਦੇ ਵਿੱਚ ਖੜਾ ਹੋ ਗਿਆ ਹੈ ਨਾ, ਫਸ ਗਿਆ ਸੀਗਾ, ਫਾਦਰ ਸਾਹਿਬ ਨਿਕਲਿਆ ਨਹੀਂ, ਫਿਰ ਕਿਸੇ ਨੇ ਤੁਸੀਂ ਲੋਕਾਂ ਨੂੰ ਕਿਹਾ ਵੀ ਹੈਲਪ ਕਰ ਦਿਓ ਹੈ ਨਾ, ਕਿਸੇ ਨੇ ਕੋਈ ਆਇਆ ਨਹੀਂ ਹੈਲਪ ਕਰਨ ਦੇ ਲਈ, ਮਦਦ ਕਰਨ ਲਈ ਅੱਗੇ ਨਹੀਂ ਆਇਆ ਕੋਈ? ਹਾਂਜੀ, ਉਹ ਐਕਚੁਅਲੀ ਕੀ ਸੀਗਾ ਕਿ ਮੈਂ ਨਾ ਜਦੋਂ ਕਾਲਜ ਜਾਂਦੀ ਹੁੰਦੀ ਸੀ, ਤੇ ਮੇਰੇ ਕੋਲ ਨਾ ਇੱਥੇ ਮੇਰੇ ਡੈਡੀ ਨੇ ਨਾ ਖੇਤਾਂ 'ਚ ਪਪਲਰ ਬਹੁਤ ਲਾਇਆ ਹੋਇਆ ਸੀ, ਤੇ ਆ 2 ਕਿੱਲੇ ਪਪਲਰ ਸੀਗੇ, ਇੱਕ ਆ ਸੀਗਾ ਇੱਕ ਪਿਛਲਾ ਸੀਗਾ, ਉਹ ਤਾਂ ਮੈਂ ਵਢਾ ਦਿੱਤਾ ਸੀ, ਤੇ ਵੱਟਾਂ ਦੇ ਪਪਲਰ ਰਹਿ ਗਿਆ ਸੀਗਾ। ਤੇ ਮੈਂ ਨਾ ਉੱਥੇ ਕਾਲਜ ਚਲੀ ਗਈ ਉਦੋਂ, ਤੇ ਕਾਲਜ ਗਈ ਤੇ ਮੰਮੀ ਦਾ ਫੋਨ ਆਇਆ। ਮੰਮੀ ਕਹਿੰਦੀ ਅਮਰਜੀਤ, ਉਦੋਂ ਨਾ ਕਾਲਜ ਦੇ ਵਿੱਚ ਫੋਨ ਨਹੀਂ ਰੱਖਣ ਦਿੰਦੇ ਸੀਗੇ, ਤੇ ਉਹ ਜਿਹਦੇ ਕੋਲ ਫੋਨ ਹੁੰਦਾ ਸੀ ਮੈਡਮਾਂ ਖੋਹ ਲੈਂਦੀਆਂ ਸੀ। ਤੇ ਮੈਂ ਨਾ ਮੇਰੇ ਕੋ ਹੁੰਦਾ ਸੀ ਫੋਨ ਮੇਰਾ ਵੱਜ ਗਿਆ ਕਲਾਸ ਦੇ ਵਿੱਚ, ਤੇ ਮੈਡਮ ਕਹਿੰਦੀ ਕਿਸ ਕਾ ਫੋਨ ਆਇਆ? ਤਾਂ ਮੈਡਮ ਬੜੀ ਸਾਡੀ ਸਖਤ ਸੀਗੀ, ਤੇ ਉਹ ਕੁੜੀਆਂ ਨੂੰ ਪਤਾ ਸੀ ਮੇਰਾ। ਤੇ ਮੈਂ ਕਿਹਾ ਮੈਡਮ ਮੇਰੀ ਮੰਮੀ ਦਾ ਫੋਨ ਆਇਆ, ਮੇਰੇ ਡੈਡੀ ਢਿੱਲੇ ਆ। ਤੇ ਕਿਉਂਕਿ ਮੈਂ ਹਿੰਦੀ ਹੁੰਦੀ ਤੇ ਮੈਨੂੰ ਆਉਂਦੀ ਨਹੀਂ ਸੀ, ਮੈਂ ਪੰਜਾਬੀ ਬੋਲਣੀ ਹੁੰਦੀ ਸੀ। ਤੇ ਮੈਡਮ ਹੀ ਸਾਡੀ ਹਿੰਦੀ ਵਾਲੀ, ਉਹ ਜਾਂ ਉਹਨੂੰ ਇੰਗਲਿਸ਼ ਆਉਂਦੀ ਜਾਂ ਹਿੰਦੀ ਆਉਂਦੀ, ਹਾਂ ਪੰਜਾਬੀ ਨਹੀਂ ਆਉਂਦੀ। ਤੇ ਮੈਡਮ ਕਹਿੰਦੀ ਕਿਆ ਹੁਆ? ਮੈਂ ਕਿਹਾ ਮੈਡਮ ਮੇਰੇ ਡੈਡੀ ਢਿੱਲੇ ਆ, ਤਾਂ ਘਰੋਂ ਫੋਨ ਆਇਆ। ਕਹਿੰਦੀ ਚੱਲ ਬੇਟਾ ਸੁਣ ਲਓ, ਪਰ ਕਹਿੰਦੀ आगे से फ़ोन क्लास में म्यूट रखना। मैं ठीक है, मैं फ़ोन सुनिया। ਮੰਮੀ ਕਹਿੰਦੀ ਵੀ ਪੁੱਤ ਤੇਰਾ ਡੈਡੀ ਟਰੈਕਟਰ ਲੈ ਗਿਆ, ਤੇ ਉਹਨੇ 2 ਰੁੱਖਾਂ ਦੇ ਵਿੱਚ ਫਸਾਤਾ ਟਰੈਕਟਰ, ਤੇ ਉਹ ਹੁਣ ਬੰਦ ਵੀ ਨਹੀਂ ਹੁੰਦਿਆ ਹੈਗਾ, ਤੇ ਉਹ ਨਿਕਲਦਾ ਵੀ ਨਹੀਂ ਪਿਆ। ਮੈਂ ਕਿਹਾ ਫਿਰ ਹੁਣ? ਮੰਮੀ ਕਹਿੰਦੇ ਆ ਜਾ। ਮੈਂ ਲੈਕਚਰ ਵੀ ਨਹੀਂ ਲਾਇਆ, ਮੈਂ ਤਾਂ ਉੱਥੋਂ ਬੈਗ ਵੀ ਆਪਣੀ ਸਹੇਲੀ ਨੂੰ ਕਿਹਾ ਤਾਂ ਲੈ ਆਈ ਤੂੰ ਘਰੇ। ਮੈਂ ਉੱਥੋਂ ਹੀ ਆਪਣਾ ਆਟੋ 'ਤੇ ਬਹਿ ਕੇ ਜਿਹੜੀ ਬੱਸ ਮਿਲੀ ਘਰੇ ਆ ਗਈ। ਆ ਕੇ ਦੇਖਿਆ ਤੇ ਉਹ ਫਸਿਆ ਪਿਆ ਸਟਾਰਟ। ਫਿਰ ਮੈਂ ਆ ਕੇ ਬੰਦ ਕੀਤਾ, ਫਿਰ ਆਪ ਹੀ ਫਿਰ ਮੈਂ ਕਿਸੇ ਨੂੰ ਪਿੰਡੋਂ ਗਈ, ਮੈਂ ਕਿਹਾ ਚੱਲ ਕੋਈ ਵੱਢ ਦੂਗਾ, ਕਿਉਂਕਿ ਉਹ ਮੋਟੇ ਸੀਗੇ ਰੁੱਖ, ਤੇ ਉਹ ਕੋਈ ਵੀ ਨਹੀਂ ਕਹਿੰਦੇ ਜੀ ਸਾਡੇ ਕੋਲ ਟਾਈਮ ਨਹੀਂ ਹੈਗਾ। ਫਿਰ ਮੈਂ ਆਪ ਹੀ ਕੁਹਾੜਾ ਲੈ ਕੇ ਫਿਰ ਉਹਨੂੰ ਵੱਢ ਕੇ ਇੱਕ ਸਾਈਡੋਂ ਫਿਰ ਟਰੈਕਟਰ ਕੱਢਿਆ। ਮਤਲਬ ਸਮਾਂ ਇਹੋ ਜਿਹਾ ਸੀਗਾ ਕਿ ਪ੍ਰੋਬਲਮ ਆਈ ਜਾਂਦੀਆਂ ਸੀਗੀਆਂ। ਕੋਈ ਮਤਲਬ ਸੋਚਿਆ ਵੀ ਨਹੀਂ ਹੁੰਦਾ ਕਿ ਇਹੋ ਜਿਹਾ ਕੁਛ ਹੋਊਗਾ, ਪਰ ਹੋ ਹੀ ਜਾਂਦਾ ਸੀ ਕੁਛ ਨਾ ਕੁਛ ਨਵਾਂ। ਅੱਛਾ, ਇੰਨਾ ਕੁਛ ਹੋਇਆ ਜ਼ਿੰਦਗੀ 'ਚ, ਇਹ ਤਾਂ ਆਪਾਂ ਕੁਛ ਜਿਹੜੀਆਂ ਗੱਲਾਂ ਨੇ ਉਹ ਸਾਂਝੀਆਂ ਕਰ ਰਹੇ, ਇਹ ਤੋਂ ਇਲਾਵਾ ਹੋਰ ਵੀ ਬਹੁਤ ਕੁਛ ਹੋਇਆ ਹੋਊਗਾ ਜ਼ਿੰਦਗੀ ਦੇ ਵਿੱਚ। ਕਦੀ ਇਹਨਾਂ ਨੇ ਝੰਜੋੜਿਆ ਨਹੀਂ ਹੈਗਾ ਫੜ ਕੇ? ਕਦੀ ਇਹਨਾਂ ਚੀਜ਼ਾਂ ਕਰਕੇ ਡੀਮੋਟੀਵੇਟ ਨਹੀਂ ਹੋਏ? ਦੇਖੋ ਕਿਤੇ ਨਾ ਕਿਤੇ ਤਾਂ ਸੱਟ ਦੇਖੋ ਲੱਗਦੀ ਆ, ਜੋ ਸੱਚਾਈ ਆ। ਕਦੀ ਬੰਦਾ ਇਕੱਲਾ ਬਹਿੰਦਾ ਵਾ ਤਾਂ ਸੋਚਦਾ ਤਾਂ ਹੈ ਹੀ ਆ ਵੀ ਮੈਂ ਪਤਾ ਨਹੀਂ ਕੀ ਕੁਛ ਕਰਨਾ ਸੀ ਆਪਣੀ ਮਰਜ਼ੀ ਦੇ ਹਿਸਾਬ ਨਾਲ, ਪਰ ਕਹਿੰਦੇ ਜਦੋਂ ਮਾਲਕ ਦੀ ਰਜ਼ਾ ਹੋਵੇ ਨਾ, ਤੇ ਉਹ ਬੰਦਾ ਨਾ ਚਾਹੁੰਦਾ ਵੀ ਹੋਵੇ ਨਾ, ਤੇ ਨਾ ਵੀ ਚਾਹੁੰਦਾ ਹੋਵੇ, ਉਹ ਕਰਨਾ ਹੀ ਪੈਂਦਾ ਬੰਦੇ ਨੂੰ। ਤੇ ਮੇਰੇ ਨਾਲ ਤਾਂ ਉਹੀ ਹੋਇਆ, ਮੈਂ ਤਾਂ ਇਸ ਤੋਂ ਵੱਧ ਕੁਝ ਵੀ ਨਹੀਂ ਕਹੂੰ। ਅੱਛਾ, ਘਰ 'ਚ ਫਿਰ ਰੋਬ ਤੁਹਾਡਾ ਹੀ ਚੱਲਦਾ ਆ? ਦੇਖੋ ਜੀ, ਰੱਖਣਾ ਪੈਂਦਾ ਦਬਦਬਾ, ਨਹੀਂ ਪੁੱਛਦਾ ਕੋਈ ਨਹੀਂ ਹੈਗਾ। ਜੋ ਸੱਚਾਈ ਆ, ਜੇ ਤੁਸੀਂ ਦਬਦਬਾ ਨਹੀਂ ਰੱਖੋਗੇ ਤਾਂ ਅਗਲਿਆਂ ਨੇ ਘਰਦਿਆਂ ਨੇ ਵੀ ਕਹਿਣਾ ਹਾਂ ਕੋਈ ਨਹੀਂ, ਇਹਨੇ ਕਿਹੜਾ ਬੋਲ ਲੈਣਾ ਪੂਰੇ। ਅੱਛਾ, ਵੀਰਾ ਕੋਆਪਰੇਟ ਕਰਦਾ ਵੇ? ਹਾਂ, ਉਹ ਕੋਆਪਰੇਟ ਕਰਦਾ ਵਾ। ਹਜੇ ਮੇਰੀ ਵੱਜਦੀ ਰਹਿੰਦੀ ਉਹਦੇ ਨਾਲ, ਖੈਰ ਬਾਕੀ ਕੋਆਪਰੇਟ ਕਰਦਾ ਵਾ, ਕਿਉਂਕਿ ਉਹਨੂੰ ਵੀ ਪਤਾ ਇਹਨੇ ਬਹੁਤ ਸਟਰਗਲ ਕੀਤਾ ਹੋਇਆ ਲਾਈਫ ਦੇ ਵਿੱਚ। ਤੇ ਉਹ ਇਹ ਫੀਲ ਕਰਦੇ ਨੇ ਕਿ ਇਹ ਭੈਣ ਨਹੀਂ ਹੈਗੀ, ਭਰਾ ਆ ਮੇਰਾ? ਹਾਂ, ਉਹ ਸਾਰੀ ਜਗ੍ਹਾ ਹੀ ਕਹਿੰਦਾ ਵਾ ਮੇਰਾ ਤਾਂ ਭਰਾ ਵਾ, ਮੇਰਾ ਤਾਂ ਸੱਜਾ ਮੋਢਾ, ਮੇਰਾ ਖੱਬਾ ਮੋਢਾ। ਜਦੋਂ ਹੀ ਸਾਹਮਣੇ ਹੁੰਦੇ ਫਿਰ ਨਹੀਂ ਬਹੁਤ ਕਰਦਾ ਵਾ। ਕਦੀ ਬਦਮਾਸ਼ੀ ਕੀਤੀ ਆ? ਨਹੀਂ, ਮੈਂ ਕਦੀ ਬਦਮਾਸ਼ੀ ਨਹੀਂ ਕੀਤੀ। ਆਪਾਂ ਕੂਲ ਰਹੀਦਾ ਪਿੰਡ। ਆਪਾਂ ਮਤਲਬ ਸਾਡੇ ਏਰੀਏ ਦੇ ਵਿੱਚ ਪਹਿਲਾਂ ਕੋਈ ਇੱਕ ਕੁੜੀ ਸੀਗੀ, ਉਹ ਬਾਈਕ ਵਗੈਰਾ ਚਲਾਉਂਦੀ ਸੀ, ਤੇ ਮੈਂ ਬਹੁਤ ਛੋਟੀ ਏਜ ਦੇ ਵਿੱਚ ਸਾਡੇ ਏਰੀਏ ਦੇ ਵਿੱਚ ਪਹਿਲੀ ਮਤਲਬ ਉੱਦਾਂ ਹੋ ਸਕਦੀਆਂ ਵਾ, ਪਰ ਮੇਰੀ ਨੌਲੇਜ ਦੇ ਹਿਸਾਬ ਨਾਲ ਪਹਿਲੀ ਕੁੜੀ ਸੀ ਮੈਂ ਜਿਹੜੀ ਬਾਈਕ ਚਲਾਉਂਦੀ ਹੁੰਦੀ ਸੀ। ਔਰ ਪਹਿਲੀ ਕੁੜੀ ਮੈਂ ਸੀਗੀ ਜਿਹੜੀ ਮਤਲਬ ਟਰੈਕਟਰ ਵਗੈਰਾ ਮਾਰਕੀਟ 'ਚ ਲੈ ਕੇ ਜਾਣਾ। ਅੱਛਾ, ਮੈਂ ਸ਼ੂਗਰ ਮਿਲ ਵੀ ਗੰਨਾ ਖੁਦ ਲੈ ਕੇ ਜਾਂਦੀ ਹਾਂ, ਤੇ ਕੋਈ ਕੁੜੀ ਨਹੀਂ ਜਾਂਦੀ ਹੈਗੀ। ਔਨ ਰਿਕਾਰਡ ਆ, ਅੱਜ ਤੱਕ ਕੋਈ ਨਹੀਂ ਗੰਨਾ ਲੈ ਕੇ ਗਈ। ਤੇ ਇੱਕ ਪਹਿਲੀ ਕੁੜੀ ਮੈਂ ਹਾਂ ਜਿਹੜੀ ਗੰਨਾ ਲੈ ਕੇ, ਹਾਂਜੀ ਲੈ ਕੇ ਅੱਜ ਵੀ ਲੈ ਕੇ ਜਾਂਦੀ। ਮੈਂ 2011 ਤੋਂ ਸ਼ੁਰੂ ਕੀਤਾ ਸੀ, ਔਰ ਸਿੱਧਾ ਮੈਂ ਸੈਂਟਰ 'ਚ ਲੈ ਕੇ ਜਾਂਦੀ ਹਾਂ। ਇਹ ਨਹੀਂ ਵੀ ਮੈਂ ਇੱਥੇ ਛੋਟੇ 30-40 ਕੁਇੰਟਲ ਸੁੱਟ ਦਿੱਤਾ, ਮਜ਼ਾ ਜਿਹਾ ਨਹੀਂ ਆਉਂਦਾ ਹੈਗਾ। ਮੈਂ ਸਿੱਧਾ 100 ਕੁਇੰਟਲ ਐਵੇਂ ਲੈ ਕੇ ਜਾਈਦਾ ਸਿੱਧਾ। ਤੇ ਬਾਬੇ ਦੀ ਆਪ ਡਰਾਈਵ ਕਰਕੇ ਲੈ ਕੇ ਜਾਂਦੇ? ਹਾਂ, ਮੈਂ ਆਪ ਡਰਾਈਵ। ਤੋਂ ਮੇਰੀ ਲਗਭਗ 25 ਕਿਲੋਮੀਟਰ ਪੈ ਜਾਂਦੀ ਸਾਨੂੰ, ਤੇ ਸ਼ਾਹਬਾਦ ਮਾਰਕੰਡੇ ਤੋਂ ਥੋੜੀ ਅੱਗੇ ਆ ਲਾਡਵੇ ਰੋਡ ਤੇ ਮੈਂ ਆਪ ਹੀ ਲੈ ਕੇ ਜਾਂਦੀ ਹਾਂ ਉੱਥੇ। ਮੰਮੀ ਇਹਨੂੰ ਕਦੀ ਐਵੇਂ ਟੈਨਸ਼ਨ ਨਹੀਂ ਹੋਈ, ਕਿਉਂਕਿ ਬੜਾ ਰਿਸਕੀ ਹੁੰਦਾ ਹੈ ਨਾ ਗੰਨਾ ਮਿਲ ਤੱਕ ਤੁਸੀਂ ਪਹੁੰਚਾਉਣਾ ਹੈ ਨਾ? ਕਦੀ ਮੰਮੀ ਨੂੰ ਫਿਕਰ ਨਹੀਂ ਹੁੰਦੀ ਕਿ ਇਹ ਲੈ ਜਾਊਗੀ ਹੈ ਨਾ? ਕਿਉਂਕਿ ਜੇ ਮੁੰਡਾ ਹੋਵੇ ਥੋੜਾ ਜਿਹਾ ਹੋਰ ਹੌਸਲਾ ਹੁੰਦਾ, ਫਿਰ ਕੁੜੀ ਕਰਕੇ ਕਿ ਕਦੀ ਮੰਮੀ ਨੂੰ ਫੀਲ ਹੀ ਨਹੀਂ ਹੋਇਆ? ਇਹ ਸ਼ੁਰੂ 'ਚ ਮੰਮੀ ਨੂੰ ਥੋੜਾ ਹੋ ਤਾਂ ਹੁਣ ਵੀ ਜਾਂਦਾ ਵੀ ਇਹ ਚੱਲੀ ਆ ਲੈ ਕੇ। ਤੇ ਮਾਵਾਂ ਦੇਖੋ ਜੀ, ਮਾਵਾਂ ਦਾ ਦਿਲ ਤਾਂ ਮਾਵਾਂ ਦਾ ਹੀ ਆ, ਉਹਨੂੰ ਤਾਂ ਕੋਈ ਬਦਲ ਹੀ ਨਹੀਂ ਸਕਦਾ, ਤੇ ਉਹਦੇ ਵਰਗਾ ਕੋਈ ਹੋ ਵੀ ਨਹੀਂ ਸਕਦਾ। ਉਹ ਵੱਖਰੀ ਗੱਲ, ਉਹ ਜਤਾਉਂਦੀ ਨਹੀਂ ਆ, ਪਰ ਪਤਾ ਲੱਗ ਜਾਂਦਾ ਮਾਂ ਦਾ ਵੀ ਮਾਂ ਕਿੱਥੋਂ ਬੋਲਦੀ ਵੀ ਕੀ ਸੋਚਦੀ ਪਈ ਆ। ਉਹ ਬੱਚੇ 'ਤੇ ਡਿਪੈਂਡ ਕਰਦਾ।
ਤੇ ਅਦਰਵਾਈਜ਼ ਐਸੀ ਗੱਲ ਨਹੀਂ, ਜਦੋਂ ਸ਼ੁਰੂ ਦੇ ਵਿੱਚ ਮੈਂ ਕੀਤਾ ਸੀਗਾ, ਮੇਰੇ ਅੰਕਲ ਹੁੰਦੇ ਆ ਇੱਥੇ ਰਮੇਸ਼ ਅੰਕਲ ਨੇ, ਇੱਥੋਂ ਲਾਗੇ ਹੀ ਪਿੰਡ ਵਾ ਸਾਡੇ, ਤੇ ਕਸੇਰਲਾ ਪਿੰਡ, ਉੱਥੋਂ ਨੇ ਉਹਨਾਂ ਨੇ ਬਹੁਤ ਹੈਲਪ ਕੀਤੀ। ਉਹਨਾਂ ਨੇ ਇੰਨੀ ਕੁ ਹੈਲਪ ਕੀਤੀ ਕਿ ਦੇਖੋ ਬੰਦਾ ਆਪਣਾ ਕੰਮ ਛੱਡ ਕੇ ਉਹ ਮੇਰੇ ਨਾਲ ਮੈਨੂੰ ਇਹ ਸਿਖਾਉਂਦੇ ਹੁੰਦੇ ਵੀ ਇਹ ਟਰਾਲੀ ਲੈ ਕੇ ਆਪ ਜਾਵੇ ਮਿੱਲ 'ਚ, ਤੇ ਮੇਰੇ ਨਾਲ ਮੇਰਾ ਟਰੈਕਟਰ 'ਤੇ ਬਹਿੰਦੇ ਹੁੰਦੇ ਸੀ, ਪੁੱਤ ਤੂੰ ਚਲਾ। ਤੇ ਉਹਨਾਂ ਨੇ ਮੈਨੂੰ ਅੱਜ ਤੱਕ ਮਤਲਬ ਬਹੁਤ ਸਾਥ ਦਿੱਤਾ, ਹੁਣ ਵੀ ਦਿੰਦੇ ਹੁੰਦੇ ਆ, ਉੱਥੇ ਮਿੱਲ 'ਚ ਵੀ ਮਿਲ ਜਾਂਦੇ ਆ। ਹੁਣ ਮਤਲਬ ਪਹਿਲਾਂ ਮੈਂ ਉਹਨਾਂ ਨੂੰ ਫੋਨ ਕਰਦੀ ਸੀ, ਅੰਕਲ ਮੈਂ ਟਰਾਲੀ ਕੱਢਣੀ ਆ, ਲੈ ਕੇ ਜਾਣੀ, ਮੇਰੇ ਨਾਲ ਚੱਲੋ। ਹੁਣ ਨਹੀਂ ਹੁੰਦਾ, ਮੈਂ ਉੱਥੇ ਜਾ ਕੇ ਕਰਦੀ, ਅੰਕਲ ਮੈਂ ਪਹੁੰਚ ਗਈ ਆ। ਪਰ ਮੰਮਾ ਨੂੰ ਇਹ ਤਾਂ ਯਕੀਨ ਹੁੰਦਾ ਹੋਣਾ ਇਹਨੇ ਪਹੁੰਚ ਜਾਣਾ। ਨਹੀਂ, ਮੰਮੀ ਨੂੰ ਪਤਾ ਵਾ ਇਹ ਚਲੀ ਗਈ, ਇਹਨੇ ਸੁੱਟ ਕੇ ਆਉਣਾ। ਹੁਣ ਨਹੀਂ ਪ੍ਰਭੂ ਨਹੀਂ ਕਰਦੇ ਗੁਰਦੇ, ਹੁਣ ਉਹਨਾਂ ਨੂੰ ਪਤਾ ਇੰਨੇ ਕਰ ਲੈਣਾ। ਹਾਂ ਅੱਛਾ, ਕੁੜੀਆਂ ਦੇਖ ਕੇ ਅਕਸਰ ਮੁੰਡੇ ਹਨਾ ਛੇੜਖਾਨੀ ਕਰਦੇ, ਪਰ ਤੁਹਾਡੀ ਪਰਸਨੈਲਿਟੀ ਐਵੇਂ ਹੈ ਕਿ ਬੰਦਾ ਦੂਰੋਂ ਦੇਖ ਕੇ ਪਾਸਿਓ ਦੀ ਲੰਘ ਜਾਂਦਾ ਹੋਣਾ ਹੈ ਨਾ, ਫਿਰ ਦੇਖ ਕੇ ਲੋਕੀ ਡਰਦੇ ਵੀ ਆ, ਖਾਸ ਕਰਕੇ ਮੁੰਡੇ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਕਦੀ ਵੀ ਨਹੀਂ ਚਾਹੁੰਦੇ ਕੋਈ ਸਾਨੂੰ ਵੇਖ ਕੇ ਡਰੇ, ਠੀਕ ਆ। ਐਵੇਂ ਦੋਸਤੀ ਮਿੱਤਰਤੀ ਵੀ ਬੰਦੇ ਦੀ, ਛੇੜਖਾਨੀ ਕਰਨ ਤੋਂ ਕੋਈ ਕਦੀ ਅੱਜ ਤੱਕ ਕਿਸੇ ਨੇ ਕੋਈ ਛੇੜਖਾਨੀ ਨਹੀਂ ਕੀਤੀ, ਠੀਕ ਆ। ਆਪਾਂ ਪਹਿਲੇ ਗੱਲ ਲਿਹਾਜ਼ ਹੀ ਨਹੀਂ ਕਰੀਦਾ, ਜੇ ਕਿਉਂਕਿ ਮੇਰੀ ਆਦਤ ਆ, ਮੈਂ ਤਾਂ ਬੰਦਾ ਤੁਰਦਾ ਪਛਾਣ ਲੈਂਦੀ ਹਾਂ, ਬੰਦਾ ਤੁਰਦਾ ਕਿਹੜੇ ਹਿਸਾਬ ਨਾਲ ਤਾਂ ਬੋਲੂਗਾ ਕੀ, ਤੇ ਆਪਾਂ ਲਿਹਾਜ਼ ਲਿਊਜ਼ ਨਹੀਂ ਕਰੀਦਾ, ਆਪਾਂ ਫਿਰ ਨਾਲ ਹੀ ਫੜ ਲਈਦਾ ਅਗਲੇ ਨੂੰ, ਤੇ ਪਿਆਰ ਨਾਲ ਗੱਲ ਕਰੀਦੀ। ਜੇ ਲੱਗਦਾ ਵੀ ਇਹ ਬੰਦਾ ਗਲਤ ਆ, ਅਗਲੇ ਨੂੰ ਪਿਆਰ ਨਾਲ, ਜਿਵੇਂ ਬਾਈ ਦੱਸ ਗੱਲ ਕੀ ਆ, ਤੈਨੂੰ ਕੋਈ ਦਿੱਕਤ ਆ ਤਾਂ ਦੱਸ, ਬਹਿ ਕੇ ਨਿਬੇੜ ਲੈਂਦੇ ਆ। ਤੇ ਉਹ ਇੰਨੀ ਹਿੰਮਤ ਹੀ ਨਹੀਂ ਪੈਂਦੀ ਅਗਲੇ ਦੀ, ਤੇ ਜਾਂ ਫਿਰ ਅਗਲਾ ਕਹਿੰਦਾ ਭਾਈ ਸਾਨੂੰ ਤਾਂ ਡਰ ਲੱਗਦਾ ਜੀ ਤੁਹਾਡੇ ਤੋਂ। ਤੇ ਬਾਕੀ ਮੈਂ ਜਾਣੀ ਆ, ਮੈਨੂੰ ਕੋਈ ਬੁਲਾ ਵੀ ਲਵੇ, ਮੈਂ ਕਦੀ ਵੀ ਮੱਥੇ ਤੇ ਤੀੜੀ ਨਹੀਂ ਪਾਈ ਕਿ ਹਾਂ ਵੀ ਇਹ ਮੈਨੂੰ ਬੁਲਾਉਂਦੇ ਆ, ਮੈਂ ਬੁਲਾਉਣਾ ਨਹੀਂ ਨਾ, ਹੋ ਹੀ ਨਹੀਂ ਸਕਦਾ। ਅਗਲਾ ਬੰਦਾ ਸੋਚਦਾ, ਸਾਨੂੰ ਤਾਂ ਇਹ ਸੀਗਾ ਕਿ ਤੁਸੀਂ ਗੁੱਸੇ 'ਚ ਬੋਲੋਗੇ, ਪਰ ਤੁਸੀਂ ਤਾਂ ਬੜੇ ਕੂਲ ਬੋਲਦੇ ਪਏ ਹੋ, ਵੀ ਸਾਨੂੰ ਵਧੀਆ ਲੱਗਾ। ਠੀਕ ਆ ਜੀ ਭਾਈ, ਬੰਦੇ ਆ, ਇਨਸਾਨ ਆ, ਉਹ ਵੀ ਇਨਸਾਨ ਆ। ਹਾਂ ਕੋਈ ਗਲਤ ਕਰੂਗਾ ਤਾਂ ਦੇਖੋ ਜੀ, ਗਲਤ ਨਾਲ ਤਾਂ ਫਿਰ ਦੂਸਰੇ ਤਰੀਕੇ ਨਾਲ ਹੀ ਬੰਦੇ ਨੂੰ ਫੇਸ ਹੋਣਾ ਪੈਂਦਾ। ਹਾਂਜੀ, ਜ਼ਿੰਦਗੀ ਦੇ ਵਿੱਚ ਕੁਝ ਇਦਾਂ ਦੀ ਚੀਜ਼ ਜਿਹੜੀ ਤੁਹਾਨੂੰ ਲੱਗਦਾ ਵੀ ਰਹਿ ਗਈ, ਇਹ ਕਰਨੇ ਵਾਲੀ ਆ ਹੁਣ? ਹਾਂ, ਇੱਕ ਦੋ ਮੇਰੇ ਡਰੀਮ ਹੈਗੇ ਜਿਹੜੇ ਮੈਂ ਕਰਨੇ ਆ। ਹੁਣ ਬਾਬੇ ਦੀ ਮਿਹਰ ਨਾਲ ਚਲੋ, ਮਤਲਬ ਮੇਰੇ ਡੈਡੀ ਤਾਂ ਨਹੀਂ ਦੇਖ ਸਕਣਗੇ, ਪਰ ਮੈਨੂੰ ਇਹ ਕਿ ਮੇਰੀ ਮਾਂ ਵੇਖੇ, ਤੇ ਉਹ ਮੈਂ ਹਜੇ ਡਰੀਮ ਪੂਰੇ ਕਰਨੇ ਆ। ਸਾਂਝੇ ਕਰੋਗੇ? ਨਹੀਂ, ਸਾਂਝੇ ਨਹੀਂ ਕਰਨੇ ਅਜੇ। ਚਲੋ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਹੁਣ ਆਪਾਂ ਤੁਹਾਡੀ ਮਦਰ ਨਾਲ ਗੱਲ ਕਰਦੇ ਹਾਂ, ਤੇ ਇਹਨਾਂ ਦੇ ਮਾਤਾ ਜੀ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਤੇ ਕੁਝ ਗੱਲਾਂ ਉਹਨਾਂ ਤੋਂ ਜਾਣਦੇ ਹਾਂ, ਉਹਨਾਂ ਨੇ ਕਿਵੇਂ ਸਟਰਗਲ ਕੀਤਾ ਹੈ ਨਾ, ਕਿਉਂਕਿ ਦੋਨਾਂ ਮਾਵਾਂ ਧੀਆਂ ਨੇ ਜਦੋਂ ਫਾਦਰ ਸਾਹਿਬ ਬਿਮਾਰ ਹੁੰਦੇ ਆ, ਤੇ ਇਹਨਾਂ ਨੇ ਖੇਤੀਬਾੜੀ ਦੋਨਾਂ ਨੇ ਸਾਂਭੀ ਸੀਗੀ। ਗੱਲਬਾਤ ਕਰਦੇ ਹਾਂ ਆਂਟੀ ਜੀ ਨਾਲ। ਇਸ ਵਕਤ ਸਾਡੇ ਨਾਲ ਅਮਨ ਦੇ ਭਾਬੀ ਜੀ ਮੌਜੂਦ ਹੈ। ਮਾਤਾ ਜੀ ਹੋਣਾ ਨਾਲ ਗੱਲ ਕਰਨੀ ਸੀ, ਪਰ ਉਹ ਬਿਮਾਰ ਨੇ, ਸਡਨਲੀ ਬਿਮਾਰ ਹੋ ਗਏ, ਬੁਖਾਰ ਹੋ ਗਿਆ, ਉਹਨਾਂ ਨਾਲ ਗੱਲਬਾਤ ਨਹੀਂ ਹੋ ਪਾਈ। ਤੇ ਭਾਬੀ ਜੀ ਸਾਡੇ ਨਾਲ ਮੌਜੂਦ ਹੈ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਅਮਰਜੀਤ ਦੀ ਭਾਬੀ ਹਾਂ, ਪ੍ਰਭਜੋਤ ਕੌਰ। ਮੈਂ ਜਦੋਂ ਦੀ ਇਸ ਫੈਮਿਲੀ 'ਚ ਹੋਈ ਹਾਂ, ਮੇਰੀ ਮੈਰਿਜ ਨੂੰ 6 ਈਅਰ ਹੋ ਗਏ ਆ, ਤਾਂ ਉਦੋਂ ਦੀ ਮੈਂ ਦੇਖ ਰਹੀ ਹਾਂ ਜੋ ਵੀ ਇੱਕ ਦਿਓਰ ਦੇ, ਜੋ ਵੀ ਇੱਕ ਛੋਟੇ ਭਰਾ ਵਾਂਗੂ ਦੇਵਰ ਦੇ ਜੋ ਵੀ ਕੰਮ ਹੁੰਦੇ ਆ, ਉਹ ਅਮਰਜੀਤ ਚੰਗੀ ਤਰ੍ਹਾਂ ਬਖੂਬੀ ਨਿਭਾ ਰਹੇ ਆ। ਇੱਦਾਂ ਦੀ ਅਜਿਹਾ ਕਦੇ ਵੀ ਕੋਈ ਵੀ ਮੋੜ ਆਇਆ ਹੋਵੇ, ਜਦੋਂ ਸਾਨੂੰ ਐਮਰਜੈਂਸੀ ਕਿਤੇ ਜਾਣਾ ਪੈ ਜਾਏ ਜਾਂ ਕੋਈ ਫੈਮਿਲੀ 'ਚ ਢਿੱਲਾ ਪੈ ਜਾਏ, ਵੱਡੀ ਸਿਟੀ ਲੈ ਕੇ ਜਾਣਾ ਪੈ ਜਾਏ, ਤਾਂ ਅਮਰਜੀਤ ਹੀ ਲੈ ਕੇ ਜਾ ਰਹੇ ਆ। ਜਿਵੇਂ ਕਿ ਮੇਰੀ ਪ੍ਰੈਗਨੈਂਸੀ ਦੇ ਦੌਰਾਨ ਜਦੋਂ ਮੇਰੀ ਡਿਲੀਵਰੀ ਹੋਣੀ ਸੀਗੀ, ਤਾਂ ਐਮਰਜੈਂਸੀ ਆ ਗਈ ਸੀਗੀ, ਤਾਂ ਉਦੋਂ ਅਮਰਜੀਤ ਨੇ ਹੀ ਮੈਨੂੰ ਉੱਥੇ ਹੌਸਪੀਟਲ ਲੈ ਕੇ ਗਏ ਸੀਗੇ। ਤਾਂ ਮੈਂ ਕਹਿਣਾ ਚਾਹੂੰਗੀ ਕਿ ਜਦੋਂ ਜੋ ਵੀ ਇੱਕ ਮੁੰਡੇ ਤੇ ਜਿੰਨੇ ਵੀ ਜੋ ਵੀ ਕੰਮ ਹੁੰਦੇ ਆ, ਉਹ ਸਾਰੇ ਹੀ ਅਮਰਜੀਤ ਮੁੰਡਿਆਂ ਵਾਂਗ ਬਖੂਬੀ ਨਿਭਾ ਰਹੇ ਆ। ਤੁਹਾਨੂੰ ਇਸ ਘਰ ਵਿੱਚ ਆ ਕੇ, ਸਹੁਰੇ ਪਰਿਵਾਰ ਦੇ ਘਰ ਵਿੱਚ ਜਦੋਂ ਤੁਸੀਂ ਆਉਂਦੇ ਹੈ ਨਾ, ਹਾਲਾਤ ਸੀਗੇ, ਅੰਕਲ ਹੁਣੇ ਨਹੀਂ ਜਾ ਪਾਉਂਦੇ ਸੀ, ਹਸਬੈਂਡ ਤੁਹਾਡੇ ਬਾਹਰ ਕੰਮ ਕਰਦੇ ਸੀਗੇ, ਤੇ ਉੱਥੇ ਤੁਹਾਡੇ ਇੱਕ ਭਰਾ ਵਾਂਗੂ ਇਹ ਨਾਲ ਖੜੇ ਰਹੇ ਹੈ ਨਾ, ਵੀ ਕਦੀ ਇੱਦਾਂ ਤਾਂ ਨਹੀਂ ਫੀਲ ਹੋਇਆ ਕਿ ਕੋਈ ਸਹਾਰਾ ਨਹੀਂ ਹੈਗਾ, ਜਾਂ ਇਕੱਲੇ ਹੋ, ਵੀ ਪੇਰੈਂਟਸ ਨੂੰ ਵੀ ਸਾਂਭਣਾ ਹੈ ਨਾ, ਘਰ ਵੀ ਸਾਂਭਣਾ, ਕਦੀ ਇੱਦਾਂ ਇਹਨਾਂ ਦੇ ਹੁੰਦਿਆਂ ਮਹਿਸੂਸ ਤਾਂ ਨਹੀਂ ਹੋਇਆ? ਨਹੀਂ, ਮੈਨੂੰ ਹਮੇਸ਼ਾ ਇਹਨਾਂ ਦੇ ਨਾਲ ਜਦੋਂ ਵੀ ਮੈਨੂੰ ਹੈਲਪ ਦੀ ਲੋੜ ਪਈ ਆ, ਜਾਂ ਮੈਨੂੰ ਕਦੇ ਵੀ ਇਵੇਂ ਨਹੀਂ ਲੱਗਾ ਕਿ ਮੇਰੇ ਪਿੱਛੇ ਕੋਈ ਹੈ ਨਹੀਂ ਗਾ, ਜਾਂ ਮੇਰੇ ਨਾਲ ਕੋਈ ਖੜਾ ਹੋਣ ਵਾਲਾ ਨਹੀਂ ਹੈਗਾ। ਹਸਬੈਂਡ ਨੂੰ ਅਗਰ ਉੱਥੋਂ ਲੀਵ ਨਹੀਂ ਮਿਲ ਰਹੀ, ਤਾਂ ਇਹ ਮੇਰੇ ਨਾਲ ਜਿੱਥੇ ਵੀ ਮੈਂ ਜਦੋਂ ਵੀ ਕਹਿ ਦਾਂ ਉਦੋਂ ਨਾਲ ਹੀ ਤੁਰਦੇ ਆ, ਤੇ ਸਾਰੇ ਕੰਮ ਅੱਛੀ ਤਰ੍ਹਾਂ ਬਖੂਬੀ ਨਿਭਾ ਰਹੇ ਆ। ਅੱਛਾ, ਜਦੋਂ ਇਹ ਨਾਲ ਹੁੰਦੇ ਹੈ ਨਾ, ਫਿਰ ਬੇਫਿਕਰ ਹੁੰਦੇ ਹੋ? ਹਾਂਜੀ, ਮੈਨੂੰ ਇੰਨਾ ਵੀ ਡਰ ਨਹੀਂ ਹੁੰਦਾ ਵੀ ਹਾਂ ਮੈਨੂੰ ਸੱਸ ਮੇਰੀ ਕੁਝ ਕਹੂਗੀ। ਈਵਨ ਉਹ ਕਦੀ ਮੈਨੂੰ ਕੁਝ ਕਹਿੰਦੇ ਨਹੀਂ ਹੈਗੇ, ਪਰ ਜਿਵੇਂ ਕੁਝ ਕੁੜੀਆਂ ਨੂੰ ਡਰ ਹੁੰਦਾ ਆ, ਤਾਂ ਮੈਂ ਆਪਣੀ ਸਾਰੀਆਂ ਗੱਲਾਂ ਇਹਨਾਂ ਨਾਲ ਸ਼ੇਅਰ ਕਰ ਲੈਂਦੀ ਹਾਂ। ਜੇ ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਮੇਰੇ ਤੋਂ ਪਹਿਲਾਂ ਇਹੀ ਕਹਿ ਦਿੰਦੇ ਆ। ਨਾਨਾ ਵਾਲੇ ਵੀ ਸਾਰੇ ਫਰਜ਼ ਨਿਭਾਉਂਦੇ, ਤੇ ਦਿਓਰ ਵਾਲੇ ਵੀ? ਹਾਂਜੀ, ਬਿਲਕੁਲ ਨਾਨਾ ਨਾਲੋਂ ਭੈਣਾਂ ਵਾਂਗੂ ਜ਼ਿਆਦਾ ਅਸੀਂ ਅੱਛੀ ਤਰ੍ਹਾਂ ਰਹਿੰਦੇ ਹਾਂ, ਚੰਗੀ ਤਰ੍ਹਾਂ ਰਹਿੰਦੇ ਹਾਂ। ਕਦੀ ਲੱਗਦਾ ਹੀ ਨਹੀਂ ਗਿਆ ਮੇਰੇ ਰੀਅਲ ਸਿਸਟਰ ਨਹੀਂ ਹੈਗੇ, ਤਾਂ ਬਖੂਬੀ ਅੱਛੀ ਤਰ੍ਹਾਂ ਨਿਭਾ ਰਹੇ ਆ ਸਾਰੇ ਕੰਮ। ਜਦੋਂ ਇਹ ਵਿਆਹ ਕੇ ਆਉਂਦੇ, ਉਦੋਂ ਫਾਦਰ ਸਾਹਿਬ ਠੀਕ ਹੋ ਗਏ ਸੀਗੇ? ਹਾਂ, ਫਾਦਰ ਸਾਹਿਬ ਖੂਬ ਨੱਚੇ ਟੱਪੇ ਨਜ਼ਾਰਿਆਂ ਦੇ ਵਿੱਚ। ਮਤਲਬ ਸਾਨੂੰ ਵੀ ਖੁਸ਼ੀ ਸੀ ਕਿ ਸ਼ੁਕਰ ਆ, ਮਤਲਬ ਇੱਕ ਦੁੱਖ ਦੀ ਘੜੀ ਲੰਘਣ ਤੋਂ ਬਾਅਦ
ਪਰਮਾਤਮਾ ਨੇ ਚਲੋ ਅੱਜ ਸੁੱਖ ਦਾ ਟਾਈਮ ਲਿਆਂਦਾ ਵਾ ਕਿ ਇੱਕ ਪਿਓ ਵਾਸਤੇ ਬੜੀ ਇੱਕ ਮਤਲਬ ਉਹ 골ਡਨ ਚਾਂਸ ਹੁੰਦਾ, ਇੱਕ ਸਮਾਂ ਹੁੰਦਾ ਵਾ ਕਿ ਉਹਦੇ ਸਾਹਮਣੇ ਉਹਦੇ ਪੁੱਤ ਦਾ ਵਿਆਹ ਹੋਣ ਦਿਆ ਵਾ। ਔਰ ਮਤਲਬ ਅਗਰ ਮੈਂ ਆਪਣੀ ਸਿਸਟਰ ਇਨ ਲੋ ਦੀ ਗੱਲ ਕਰਾਂ ਤੇ ਮੈਂ ਇਹਨਾਂ ਨੂੰ ਭਾਬੀ ਨਹੀਂ ਕਹਿੰਦੀ, ਕਿਉਂਕਿ ਭਾਬੀ ਕਹਿ ਕੇ ਕਿ ਰਿਸ਼ਤੇ 'ਚ ਵੱਜ ਜਾਂਦਾ ਬੰਦਾ, ਤੇ ਮੈਂ ਜਾਂ ਨਾਮ ਹੀ ਲੈਂਦੀ ਜ਼ਿਆਦਾ। ਉਹਦੇ 'ਚ ਕੀ ਹੁੰਦਾ ਕਿ ਤੁਸੀਂ ਐਜ਼ ਏ ਫਰੈਂਡ ਦੇ ਤੌਰ 'ਤੇ ਡੀਲ ਕਰਦੇ ਹੋ ਆਪਣੇ ਰਿਸ਼ਤੇ ਨੂੰ, ਤਾਂ ਉਹਦੇ ਵਿੱਚ ਤੁਸੀਂ ਭਾਵੇਂ ਨਾਰਾਜ਼ ਹੋ ਜਾਓ, ਭਾਵੇਂ ਤੁਸੀਂ ਖੁਸ਼ ਹੋ ਜਾਓ, ਮਤਲਬ ਸੁੱਖ ਦੁੱਖ ਦੀ ਬੰਦਾ ਹਰ ਇੱਕ ਗੱਲ ਕਰ ਲੈਂਦਾ ਵਾ। ਅਤੇ ਉਦੋਂ ਮਤਲਬ ਪਾਪਾ ਵੀ ਠੀਕ ਸੀਗੇ, ਵਧੀਆ ਸੀਗੇ, ਅਤੇ ਹੁਣ ਤੱਕ ਠੀਕ ਰਹੇ ਆ, ਕੋਈ ਦਿੱਕਤ ਨਹੀਂ ਸੀਗੀ। ਅਚਾਨਕ 2-3 ਦਿਨਾਂ ਜਦੋਂ ਕਹਿੰਦੇ ਸਮਾਂ ਇਹਨਾਂ ਪਰਮਾਤਮਾ ਨੇ ਬੁਲਾਉਣਾ ਹੋਵੇ, ਅਤੇ ਫਿਰ ਉਹਨਾਂ ਦਾ ਸਮਾਂ ਆ ਗਿਆ ਤਾਂ ਆਪਣਾ ਚਲੇ ਗਏ ਸਾਨੂੰ ਛੱਡ ਕੇ। ਜਿੱਦਾਂ ਕਿ ਇਹਨਾਂ ਦਾ ਅੜਬ ਜਿਹਾ ਸੁਭਾਅ ਹੈ, ਇਹਨਾਂ ਤੋਂ ਡਰ ਲੱਗਦਾ ਵੇ? ਨਹੀਂ, ਬਿਲਕੁਲ ਵੀ ਨਹੀਂ। ਜੇ ਕਿਤੇ ਗੁੱਸੇ ਹੋ ਜਾਣ ਫੇਰ ਵੀ ਨਹੀਂ ਡਰ ਲੱਗਦਾ? ਨਹੀਂ, ਕਿਉਂਕਿ ਇਹੋ ਜਿਹੀ ਬੌਂਡਿੰਗ ਬਣੀ ਹੋਈ ਹੈ ਨਾ ਵੀ ਇਹ ਰਿਸ਼ਤਿਆਂ ਵਿੱਚ ਉਤਾਰ ਚੜਾਵ ਤਾਂ ਆਉਂਦੇ ਹੀ ਆ, ਹਰ ਕਿਸੇ ਦੀ ਲਾਈਫ 'ਚ ਆਉਂਦੇ ਆ। ਚਾਹੇ ਗੁੱਸੇ ਹੋ ਜੇ, ਮਨਾ ਵੀ ਲਈਦਾ, ਹੱਸ ਖੇਡ ਵੀ ਲਈਦਾ ਆ, ਤਾਂ ਡਰਨ ਵਾਲੀ ਕੋਈ ਗੱਲ ਨਹੀਂ। ਨਾ ਉਹਨਾਂ ਨੂੰ ਮੇਰੇ ਤੋਂ, ਨਾ ਮੈਨੂੰ ਉਹਨਾਂ ਤੋਂ, ਕਿਸੇ ਤੋਂ ਡਰ ਨਹੀਂ ਲੱਗਦਾ ਹੈਗਾ। ਤੇ ਆਪਾਂ ਇੱਕ ਗੱਲ ਸਾਡੀ ਰਹਿ ਗਈ ਸੀ ਹੈ ਨਾ, ਕਿ ਤੁਸੀਂ ਬਾਹਰ 15 ਕਿੱਲੇ ਵੀ ਵਾਹੁੰਦੇ ਸੀ, ਨਾਲ 20 ਡੰਗਰ ਰੱਖੇ ਹੋਏ ਸੀਗੇ, ਉਹਨਾਂ ਦਾ ਵੀ ਕੰਮ ਕਰਦੇ ਹੁੰਦੇ ਸੀਗੇ ਤੁਸੀਂ? ਹਾਂਜੀ, ਮੰਮੀ ਔਰ ਮੈਂ ਅਸੀਂ ਬੁੱਗੀ ਭਰ ਕੇ ਲਿਆਉਣੀ ਪੱਠਿਆਂ ਦੀ, ਕਿੱਲਾ ਬੀਜਿਆ ਹੁੰਦਾ ਸੀ, ਅਤੇ ਬਸ ਸਵੇਰੇ ਟਾਈਮ ਨਾਲ ਕੰਮ ਕੁਮ ਕਰਕੇ ਮੰਮੀ ਨੇ ਪੱਠੇ ਵੱਢਣੇ, ਫਿਰ ਮੈਂ ਆਪਣਾ ਖੇਤ ਦਾ ਨਿਬੇੜ ਕੇ ਫਿਰ ਮੰਮੀ ਨਾਲ ਪੱਠੇ ਵਢਾਉਣੇ, ਫਿਰ ਦੋਵਾਂ ਮਾਵਾਂ ਧੀਆਂ ਨੇ ਲੱਦ ਕੇ ਬੁੱਗੀ ਲਿਆ ਕੇ ਇੱਥੇ ਲਾਉਣੀ, ਫਿਰ ਕੁਤਰਨੇ ਪਾਉਣੇ। ਮਤਲਬ ਬਹੁਤ ਇੱਕ ਉਹ ਸਮਾਂ ਸੀਗਾ ਕਿ ਅਸੀਂ ਮਤਲਬ ਉਸ ਟਾਈਮ ਨਾ ਅਸੀਂ ਜਦੋਂ ਪਾਪਾ ਢਿੱਲੇ ਸੀਗੇ, ਅਸੀਂ 3 ਸਾਲ ਕੱਪੜਾ ਲੈ ਕੇ ਨਹੀਂ ਦੇਖਿਆ ਸੀ। ਸਾਨੂੰ ਇਹ ਸੀਗਾ ਕਿ ਪੈਸਾ ਬਚ ਜੇ, ਔਰ ਮੇਰਾ ਰੋਟੀ ਦਾ ਕੋਈ ਟਾਈਮ ਨਹੀਂ ਸੀਗਾ। ਅਗਰ ਕਈ ਮੈਨੂੰ ਕਹਿ ਦਿੰਦੇ ਵੀ ਤੁਹਾਡੀ ਫੇਸ ਦੇ ਉੱਪਰ ਬੜਾ ਮਤਲਬ ਇੱਕ ਰੌਣਕ ਜੀ ਨਹੀਂ ਹੈਗੀ, ਤੇ ਉਹਦਾ ਮੇਨ ਕਾਰਨ ਇਹ ਹੈ ਕਿ ਇੱਕ ਸਮਾਂ ਹੰਡਾਇਆ ਹੋਇਆ। ਉਹ ਸਮਾਂ ਉਹ ਹੰਡਾਇਆ ਜਿੱਥੇ ਪਾਣੀ ਦਾ ਟਾਈਮ ਨਹੀਂ, ਪੀਣ ਦਾ, ਰੋਟੀ ਖਾਣ ਦਾ ਟਾਈਮ ਨਹੀਂ। ਹੁਣ ਦੇਖੋ, ਜਿਹੜਾ ਬੰਦਾ ਸਵੇਰੇ 3 ਵਜੇ ਤੜਕੇ ਦਾ ਉੱਠਿਆ, ਉਹ ਸ਼ਾਮ ਦੇ 4 ਵਜੇ ਰੋਟੀ ਖਾ ਰਿਹਾ, ਔਰ ਭੁੱਖਾ ਤੇ ਆਇਆ, ਪਾਣੀ ਤੱਕ ਨਹੀਂ ਕਈ ਵਾਰੀ ਉੱਥੇ, ਕਿਉਂਕਿ ਖੇਤਾਂ 'ਚ ਕਿੰਨੇ ਲੈ ਕੇ ਜਾਣਾ, ਕੋਈ ਘਰੋਂ ਲੈ ਕੇ ਜਾਊਗਾ, ਨਹੀਂ ਤਾਂ ਲਾਈਟ ਹੋਊਗੀ, ਬੰਦਾ ਮੋਟਰ ਚਲਾ ਲੈਂਦਾ। ਹਰ ਟਾਈਮ ਲਾਈਟ ਵੀ ਨਹੀਂ ਹੁੰਦੀ ਹੈਗੀ, ਤੇ ਭੁੱਖੇ ਤੇ ਇਹ ਕੰਮ ਕਰਨਾ। ਅੱਛਾ, ਲੇਬਰ ਨੇ ਕਹਿਣਾ ਵੀ ਅਸੀਂ ਰੋਟੀ ਖਾਣ ਲੱਗੇ, ਤੂੰ ਵੀ ਖਾਣਾ? ਮੈਂ ਕਹਿਣਾ ਨਹੀਂ, ਮੈਂ ਘਰੇ ਜਾ ਕੇ ਖਾਊਂਗੀ। ਤੇ ਉਹ ਸਮਾਂ ਹੀ ਇਹੋ ਜਿਹਾ ਸੀਗਾ। ਲੂਣ ਨਾਲ ਵੀ ਖਾਧੀ ਹੈ ਰੋਟੀ, ਪਰ ਅੱਜ ਚਲੋ ਮਹਾਰਾਜ ਨੇ ਭਾਗ ਲਾਏ ਹੋਏ, ਕੋਈ ਦਿੱਕਤ ਨਹੀਂ ਹੈਗੀ। ਅੱਛਾ, ਆਪਾਂ ਪਹਿਲਾਂ ਬੈਠੇ ਗੱਲਾਂ ਕਰਦੇ ਸੀਗੇ ਹੈ ਨਾ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਹੀਆਂ ਕਿ ਖੇਤੀਬਾੜੀ ਕਰਦੇ ਆ, ਇਹ ਕਹਿਣਾ ਆਸਾਨ ਹੈ ਪਰ ਕਰਨਾ ਬਹੁਤ ਔਖਾ ਆ। ਹਾਂਜੀ, ਬਿਲਕੁਲ। ਖੇਤੀ ਜਿੰਨੀ ਦੇਖਣ ਨੂੰ ਬੜੀ ਸੁਖਾਲੀ ਲੱਗਦੀ ਆ, ਆਪਣੇ ਆਪ ਨੂੰ ਮਿੱਟੀ ਨਾਲ ਮਿੱਟੀ ਕਰਨਾ ਪੈਂਦਾ ਬੰਦੇ ਨੂੰ। ਔਰ ਵੱਖਰੀ ਗੱਲ ਹੈ ਕਿ ਚਲੋ ਅੱਜ ਦੇ ਸਮੇਂ ਦੇ ਹਿਸਾਬ ਨਾਲ ਕਈਆਂ ਨੇ ਨਾਲ ਨੌਕਰ ਰੱਖੇ ਹੁੰਦੇ ਆ, ਜਾਂ ਕੋਈ ਭਾਈਵਾਲ ਰੱਖੇ ਹੁੰਦੇ ਵੀ ਚਲੋ ਕੰਮ ਕਰਾ ਦਿੰਦੇ ਆ ਨਾਲ, ਜਾਂ ਮਸ਼ੀਨਰੀ ਅੱਜ ਦੇ ਸਮੇਂ ਦੇ ਵਿੱਚ ਬੜੀ ਵਧੀਆ ਆ ਗਈ ਆ ਕਿ ਬੰਦੇ ਨੂੰ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ। ਪਰ ਜਿਹੜਾ ਮਿਡਲ ਕਲਾਸ ਜ਼ਿਮੀਂਦਾਰ ਆ ਨਾ, ਉਹ ਵੱਡੇ ਸੰਦ ਨਹੀਂ ਲੈ ਸਕਦਾ, ਉਹਨੂੰ ਬਹੁਤ ਦਿੱਕਤ ਆਉਂਦੀ ਆ। ਉਹ ਨਾ ਤਾਂ ਇੱਧਰ ਜੋਗਾ ਨਾ ਇੱਧਰ ਜੋਗਾ, ਉਹਨੂੰ ਸਟਰਗਲ ਜ਼ਿਆਦਾ ਕਰਨਾ ਪੈਂਦਾ ਲਾਈਫ ਦੇ ਵਿੱਚ। ਔਰ ਉਹਨੂੰ ਫਿਰ ਬੜਾ ਸੋਚ ਸਮਝ ਕੇ, ਨਾ ਤਾਂ ਗਰੀਬ ਦੀ ਕਰ ਸਕਦਾ ਵਾ ਰੀਸ ਵੀ ਇਹ ਗਰੀਬ ਆ, ਚਲੋ ਗਰੀਬ ਨੂੰ ਗਰੀਬ ਕਹਿ ਕੇ ਦੇ ਦਿੱਤਾ ਜਾਂਦਾ, ਜਾਂ ਕਿਸੇ ਵੱਲੋਂ ਹੈਲਪ ਆ ਜਾਂਦੀ ਆ। ਪਰ ਜਿਹੜਾ ਅਮੀਰ ਆ, ਉਹਨੂੰ ਪਤਾ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ। ਜਿਹੜਾ ਮਿਡਲ ਹੁੰਦਾ ਨਾ, ਉਹ ਜਿਵੇਂ ਚੱਕੀ ਦੇ ਵਿੱਚ ਕਣਕ ਦੇ ਨਾਲ ਘੁਣ ਪਿਸਦਾ ਨਾ, ਉਹ ਸਭ ਹੋਇਆ ਹੋਇਆ ਬੰਦੇ ਦਾ। ਅੱਛਾ, ਇੱਕ ਇਨਸੀਡੈਂਟ ਤੋਂ ਇਹ ਵੀ ਦੱਸਦੇ ਸੀਗੇ ਕਿ ਤੁਸੀਂ ਕਿਤੇ ਜਾ ਰਹੇ ਸੀ, ਤੁਹਾਨੂੰ ਕੋਈ ਪਰਸਨ ਮਿਲਦਾ ਤੇ ਉਹ ਤੁਹਾਨੂੰ ਪੁੱਛਦਾ ਤੁਸੀਂ ਕਰਦੇ ਕੀ ਹੋ, ਫਿਰ ਜਦੋਂ ਤੁਸੀਂ ਖੇਤੀ ਦੱਸਦੇ ਹੋ ਤਾਂ ਫਿਰ ਤੁਹਾਡੇ ਮੂੰਹ ਵੱਲ ਦਿਖਦਾ ਉਹ ਹੈਰਾਨ ਜਿਹਾ ਹੋ ਕੇ। ਹਾਂ, ਅਕਸਰ ਮੇਰੇ ਨਾਲ ਹੁੰਦਾ ਵਾ, ਇਹ ਨੋਰਮਲ ਹੀ ਆ। ਮੇਰੀ ਲੁੱਕ ਵਾਈਜ਼ ਮੈਨੂੰ ਕਈ ਕਹਿੰਦੇ ਹਾਂਜੀ ਤੁਸੀਂ ਪੁਲਿਸ ਡਿਪਾਰਟਮੈਂਟ 'ਚ ਲੱਗੇ ਹੋਏ ਹੋ, ਕਈ ਕਹਿੰਦੇ ਤੁਸੀਂ ਮੁਲਾਜ਼ਮ ਹੋ। ਅਤੇ ਪਿੱਛੇ ਜੇ ਮੈਂ ਪੰਜਾਬ ਨੂੰ ਹੀ ਗਈ, ਅਤੇ ਉਦੋਂ ਇੱਕ ਤਾਂ ਮੈਨੂੰ ਪੁਲਿਸ ਮੁਲਾਜ਼ਮ ਮਿਲ ਹੀ ਗਈ, ਉਹ ਮੇਰੇ ਨਾਲ ਹੀ ਬੈਠੀ ਸੀ, ਗੱਲਾਂ ਕਰਦੀ ਆਈ, ਇੱਥੋਂ ਪਿਪਲੀ ਦੀ ਸੀਗੀ। ਉਹ ਮੈਨੂੰ ਕਹਿੰਦੇ ਤੁਸੀਂ ਪੁਲਿਸ ਮੁਲਾਜ਼ਮ ਹੋ? ਕਹਿੰਦੀ, ਮੈਂ ਕਿਹਾ ਨਹੀਂ। ਉਹਨੇ ਵਰਦੀ ਪਾਈ ਹੋਈ ਸੀ, ਮੈਂ ਕਿਹਾ ਨਹੀਂ, ਮੈਂ ਤਾਂ ਖੇਤੀ ਕਰਦੀ ਹਾਂ। ਕਹਿੰਦੀ ਅੱਛਾ, ਕਹਿੰਦੀ ਨਹੀਂ ਤੁਹਾਡੀ ਲੁੱਕ ਲੱਕ ਤਾਂ ਐਂ ਲੱਗਦੀ ਜਿਵੇਂ ਤੁਸੀਂ ਮਤਲਬ, ਮੈਂ ਕਿਹਾ ਨਹੀਂ ਜੀ। ਫਿਰ ਇੱਕ ਭਾਜੀ ਸੀਗੇ, ਮੈਂ ਲੁਧਿਆਣੇ ਉਤਰੀ, ਅਤੇ ਮੈਨੂੰ ਕਹਿੰਦੇ ਉਹ ਟਿਕਟਾਂ ਲੈਂਦੇ ਸੀਗੇ ਲੋਟਰੀ ਵਾਲੀਆਂ, ਤਾਂ ਮੈਂ ਉੱਥੇ ਹੀ ਖੜੀ ਸੀਗੀ, ਅਤੇ ਮੈਨੂੰ ਕਹਿੰਦੇ ਤੁਸੀਂ ਸਪੋਰਟਸ ਵਿੱਚ ਹੋ? ਮੈਂ ਕਿਹਾ ਨਹੀਂ। ਕਹਿੰਦਾ ਕਿਸੇ ਮਹਿਕਮੇ 'ਚ ਹੋ? ਮੈਂ ਕਿਹਾ ਨਹੀਂ ਭਾਈ, ਅਸੀਂ ਤਾਂ ਖੇਤੀ ਕਰਦੇ ਹਾਂ। ਉਹ ਮੇਰੇ ਮੂੰਹ ਵੱਲ ਨੂੰ ਵੇਖਿਆ ਵਿੰਗਾ ਵੀ ਇਹ ਹਿਸਾਬ ਕਿਤਾਬ ਕੀ ਸਮਝ ਜੀ ਨਹੀਂ ਆਈ। ਮੈਂ ਵੀ ਬਾਹਲੀ ਗੱਲ ਨਹੀਂ ਕੀਤੀ ਖੈਰ। ਪਰ ਹਾਂ, ਜਦੋਂ ਅਗਲਾ ਬੰਦਾ ਸਟੋਰੀ ਸੁਣਦਾ ਵਾ, ਉਦੋਂ ਅਗਲੇ ਨੂੰ ਪ੍ਰਾਊਡ ਹੁੰਦਾ ਵੀ ਭਾਈ ਕਿਸੇ ਚੰਗੇ ਜਿਹੇ ਬੰਦੇ ਕੋਲ ਹੀ ਬੈਠੇ ਹੋਏ ਆ, ਅਤੇ ਅਗਲੇ ਬੰਦੇ ਪ੍ਰਾਊਡ ਫੀਲ ਕਰਦੇ ਆ, ਨੰਬਰ ਵੀ ਲੈਂਦੇ ਆ, ਕਾਲ ਵੀ ਕਰਦੇ, ਮੈਸੇਜ ਵੀ ਕਰਦੇ ਆ। ਅਤੇ ਬਾਕੀ ਫੇਸਬੁੱਕ 'ਤੇ ਵੀ ਮੇਰੇ ਨਾਮ ਤੋਂ ਹੀ ਮੇਰਾ ਪੇਜ ਵਾ, ਔਰ YouTube 'ਤੇ ਵੀ ਅਮਰਜੀਤ ਕੌਰ ਅਦੋਈ ਦੇ ਨਾਮ ਤੋਂ ਮੇਰਾ ਚੈਨਲ ਆ।
ਤੇ ਬਾਕੀ ਫੋਲੋ ਕਰਿਓ ਉਹਨੂੰ। ਤੇ ਇੱਕ ਸਵਾਲ ਜਾਂਦੇ ਮੈਂ ਇਹ ਵੀ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਕਿਤੇ ਇਹ ਬਾਹਰ ਚੱਲ ਜਾਣ ਹੈ ਨਾ, ਇੱਕ ਅੱਧਾ ਦਿਨ ਨਾ ਆਉਣਾ ਹੋਵੇ, ਫਿਰ ਫਿਕਰ ਹੁੰਦੀ ਹੈ ਵੀ ਘਰ 'ਚ ਮੈਂ ਇਕੱਲੀ ਹਾਂ? ਹਾਂਜੀ, ਫਿਰ ਜ਼ਰੂਰ ਫਿਕਰ ਤਾਂ ਹੁੰਦੀ ਹੈ ਵੀ ਪਿੱਛੇ ਦੇਖਣ ਵਾਲਾ ਨਹੀਂ ਹੈ, ਕਿਉਂਕਿ ਇਹਦੇ ਹੁੰਦੇ ਅਸੀਂ ਸਿਕਿਉਰ ਫੀਲ ਕਰਦੇ ਹਾਂ ਵੀ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ। ਪਰ ਜਦੋਂ ਚਲੇ ਜਾਂਦੇ ਆ ਫਿਰ ਇਹਨੂੰ ਅਸੀਂ ਫੋਨ ਹੀ ਕਰਦੇ ਰਹਿੰਦੇ ਵੀ ਆ ਜਾ, ਕਦੋਂ ਆਉਣਾ, ਕਿੰਨਾ ਟਾਈਮ ਲਾਉਣਾ ਆ, ਤਾਂ ਬਸ ਫਿਰ ਅਸੀਂ ਇਹਨੂੰ ਕਾਲ ਕਰਕੇ ਸੱਦ ਲੈਂਦੇ ਹਾਂ। ਫਿਰ ਜਦੋਂ ਇਹ ਆ ਜਾਂਦੇ ਆ ਤਾਂ ਫਿਰ ਸਿਕਿਉਰਿਟੀ ਆਪਣੀ ਫੀਲ ਹੋ ਜਾਂਦੀ, ਸਿਕਿਉਰ ਹੋ ਜਾਂਦੇ ਅਸੀਂ। ਬਹੁਤ ਵਧੀਆ ਲੱਗਾ ਗੱਲਬਾਤ ਕਰਕੇ। ਥੈਂਕ ਯੂ ਸੋ ਮੱਚ, ਤੁਸੀਂ ਟਾਈਮ ਦਿੱਤਾ ਸਾਨੂੰ ਗੱਲ ਕੀਤੀ। ਥੈਂਕ ਯੂ ਸੋ ਮੱਚ ਮੈਮ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੱਤਾ। ਬਹੁਤ ਧੰਨਵਾਦ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਘਰੇ ਆ ਕੇ ਤੇ ਸੇਵਾ ਦਾ ਮੌਕਾ ਦਿੱਤਾ। ਥੈਂਕ ਯੂ ਸੋ ਮੱਚ। ਸੋ ਜੀ ਇਹ ਗੱਲਾਂ ਕਹਿਣ ਨੂੰ ਨੇ ਕਿ ਧੀਆਂ ਪੁੱਤ ਚਾਹੀਦੇ ਨੇ, ਧੀਆਂ ਨਹੀਂ ਚਾਹੀਦੀਆਂ, ਪਰ ਅੱਜ ਦਾ ਟਾਈਮ ਉਹ ਆ ਜਿਹਦੇ ਵਿੱਚ ਜਿਹੜੀਆਂ ਧੀਆਂ ਆ ਉਹ ਪੁੱਤਾਂ ਤੋਂ ਘੱਟ ਨਹੀਂ ਹੈਗੀਆਂ। ਚਾਹੇ ਘਰ ਦਾ ਕੰਮ ਹੋਵੇ, ਚਾਹੇ ਬਾਹਰ ਦਾ ਕੰਮ ਹੋਵੇ, ਸਾਰੇ ਕੰਮ ਜਿਹੜੇ ਹੈਗੇ ਧੀ ਇੱਕ ਸਾਂਭ ਸਕਦੀ ਆ। ਸਾਡਾ ਮੈਸੇਜ ਸਿਰਫ ਇਹੀ ਆ ਕਿ ਧੀਆਂ ਤੇ ਪੁੱਤ ਬਰਾਬਰ ਹੀ ਨੇ, ਉਹਨਾਂ ਦੇ ਵਿੱਚ ਫਰਕ ਨਾ ਕਰਿਆ ਕਰੋ ਕਿ ਧੀ ਆ ਜਾਂ ਪੁੱਤ ਆ ਜਾਂ ਧੀ ਨਹੀਂ ਚਾਹੀਦੀ। ਦੋਨੇ ਚੀਜ਼ਾਂ, ਦੋਨੇ ਧੀ ਪੁੱਤ ਜਿਹੜੇ ਆ ਉਹ ਸਮਾਨ ਨੇ। ਦੇਖਦੇ ਰਹੋ ਸਾਡੇ ਚੈਨਲ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।